अस्सलाम वालेकुम नाजरीन, मैं हूं आपका मेज़बान उमर जावेद। प्रोग्राम जुर्म इंजाम के साथ लाहौर के इलाके काना में पेश आया एक दर्दनाक वाक़या, जहां पर साले ने पसंद की शादी करने पर न सिर्फ बहन को बल्कि बहनोई को भी छुरियों के वार करके जख्मी कर दिया। इस वार में बहनोई जख्मों की ताब ना लाते हुए जाँ बहक हो गया, जबकि बहन जो है वो मौत और जिंदगी की कश्मकश में मुब्तला है। पुलिस ने मुकदमा तो दर्ज कर लिया है, लेकिन क्या पुलिस अब तक किसी मुलजिम को गिरफ्तार कर सकी है? लड़की के वर्सा इस हवाले से क्या कहते हैं और मुद्दई मुकदमा जो कि मकतूल का भाई है वो इस सारे मामले पर क्या राय रखता है? ये तमाम तफसीलात जानेंगे आज के प्रोग्राम जुर्म इंजाम में। काना के इलाके में हाल ही में एक अंधोनाक वाक़या पेश आया, जहां पर साले ने न सिर्फ अपने बहनोई बल्कि बहन पर भी छुरियों के वार कर दिए, जिसके नतीजे में दोनों शदीद जख्मी हुए। उन्हें करीबी अस्पताल मुंतकिल किया गया, जहां पर जख्मों की ताब ना लाते हुए बहनोई दम तोड़ गया, जबकि बहन जो है वो ताहाल ज़ेर इलाज है। और ये वक़ुआ कैसे पेश आया, क्यों जो साला था वो इतनी तैश में आया कि उसने अपनी बहन को भी और अपने बहनोई को भी कत्ल करने की कोशिश की। हमारे साथ इस टाइम जो ज़ख्मी खातून है उनके वालिदैन और दीगर रिश्तेदार मौजूद हैं, उनसे जानने की कोशिश करेंगे कि सगे भाई ने अपनी बहन को कत्ल करने की कोशिश क्यों की और क्या इन लोगों को ये इल्म था कि इस तरह का कोई वक़ुआ हो सकता है, और साथ ही साथ अब मुकदमा किसकी मुद्दईयत में दर्ज किया गया है। तमाम तफसीलात जो इनसे जानते हैं। चाचा जी, ਤੁਹਾਡੇ सगे बेटे ने सगी बेटी ਨੂੰ ਤੇ ਆਪਣੇ ਪੜਵਈਏ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ, ਕੀ ਵਜ੍ਹਾ ਸੀ? ਇਹਨੇ ਇਹ ਨਹੀਂ ਸੀ ਬੋਲਦਾ, ਇਹ ਮਿਲਦਾ ਵਰਤਦਾ ਨਹੀਂ ਸੀ ਉਹਨੂੰ, ਅਸੀਂ ਸਾਰੇ ਮਿਲਦੇ ਵਰਤਦੇ ਸੀ। ਇਹਨੇ ਆਪਣੇ ਭਾਈ ਦੀ ਮੰਗਣੀ ਕੀਤੀ ਆਪਣੇ ਰਿਸ਼ਤੇਦਾਰਾਂ ਦੇ ਛੋਟੇ ਦੀ। ਅੱਛਾ। ਤੇ ਉਹਨੇ ਰਿਸ਼ਤਾ ਕਰਾਇਆ, ਕਰਾਉਣ ਦੇ ਬਾਵਜੂਦ ਜਿਹੜੇ ਦਿਨ ਤੋਂ ਰੱਖੇ, ਇਹਨੇ ਮੈਨੂੰ ਕਿਹਾ ਕਿ ਤੂੰ ਕੁੜੀ ਨੂੰ ਬੁਲਾ, ਤੁਹਾਡੀ ਯਾਨੀ ਸਫੀਆ ਬਾਨੋ ਨੂੰ ਬੁਲਾ ਵੀ ਸ਼ਾਦੀ ਤੇ ਆ ਜਾਏ, ਚਲੋ ਸਾਰੇ ਇਕੱਠੇ ਹੋ ਜਾਈਏ। ਤੇ ਮੈਂ ਕਿਹਾ ਵੀ ਮੈਂ ਨਹੀਂ ਬੁਲਾਉਣਾ ਹੈਗਾ। ਕਿਉਂ? ਮੈਂ ਨਹੀਂ, ਮੇਰੀ ਮਰਜ਼ੀ, ਮੈਂ ਨਹੀਂ ਬੁਲਾਉਣਾ, ਤੂੰ ਉਹਦੇ ਨਾਲ ਰਾਜ ਐਵੇਂ ਕੋਈ ਨੁਕਸਾਨ ਕਰੇ। ਫਿਰ ਇਹਨੇ ਕਿਹਾ ਨਹੀਂ, ਮੈਂ ਪਿਓ ਨਹੀਂ ਨੁਕਸਾਨ ਕਰਦਾ। ਮੈਂ ਕਿਹਾ ਮੈਂ ਨਹੀਂ ਬੁਲਾਉਣਾ। ਇਹਨੇ ਫਿਰ ਕਿਸੇ ਕੋਲ ਨੰਬਰ ਲੈ ਕੇ ਉਹਨੂੰ ਕਾਲ ਕੀਤੀ ਹੈ ਵੀ ਤੂੰ ਆ ਜਾ ਸ਼ਾਦੀ ਤੇ। ਆਖਰੀ ਭਰਾ ਆਪਣਾ ਰਹਿੰਦਾ ਤਾਂ ਚਲੋ ਰਲ ਮਿਲ ਕੇ ਸ਼ਾਦੀ ਉਹਦੀ ਕਰ ਲਈ। ਠੀਕ ਹੈ। ਅੱਛਾ ਠੀਕ ਹੈ। ਉਹਨੇ ਇਹ ਗੱਲ ਕਹੀ। ਇਹਨੇ ਫਿਰ ਉਹਨੂੰ ਕਾਲ ਕਰਕੇ ਦੂਸਰੇ ਦਿਨ ਕਿਹਾ ਕਿ ਮੈਨੂੰ ਪੈਸੇ ਦੇ ਥੋੜ੍ਹੇ ਜਿਹੇ, ਮੈਂ ਤੰਗ ਆ, ਮੈਂ ਸਮਾਨ ਪਾਉਣਾ। ਉਹਨੇ ਪਤਾ ਨਹੀਂ ਦਿੱਤੇ ਹੈ ਕਿ ਨਹੀਂ ਦਿੱਤੇ, ਇਹ ਰੱਬ ਨੂੰ ਪਤਾ ਹੈ। ਇੱਥੇ ਆਈ ਹੈ ਸ਼ਾਮ ਨੂੰ, ਫਿਰ ਇਹਨੇ ਟੈਲੀਫੋਨ ਕੀਤਾ, ਸਾਰੀਆਂ ਭੈਣਾਂ ਇਕੱਠੀਆਂ ਹੋ ਜਾਓ, ਸਾਰੀਆਂ ਆ ਜਾਓ। ਅਤੇ ਉਹ ਆ ਗਈ ਹੈ। ਆ ਕੇ ਅਤੇ ਉਹ ਮੈਂ ਨਮਾਜ਼ ਪੜ੍ਹ ਕੇ ਨਿਕਲਿਆ, ਰਕਸ਼ੇ 'ਤੇ ਆਈ ਹੈ, ਸਿੱਧੀ ਚਲੀ ਗਈ। ਮੈਂ ਵੀ ਨਾਲ ਗਿਆ ਵਾਂ। ਆਂਦੀ ਅੱਬਾ ਇਹਨੂੰ 1200 ਰੁਪਈਆ ਕਿਰਾਇਆ ਦੇ ਦੇ ਰਕਸ਼ੇ ਵਾਲੇ। ਮੈਂ ਦਿੱਤਾ, ਦੇ ਕੇ ਮੇਰੇ ਨਾਲ ਉੱਥੋਂ ਸਮਾਨ ਕੱਪੜੇ ਕੁੱਪੜੇ ਦੇ ਕੇ ਇਹਨਾਂ ਤੇ ਮੇਰੇ ਨਾਲ ਹੀ ਵਾਪਸ ਆ ਗਈ। ਅੱਛਾ, ਆ ਗਈ ਜਿਸ ਵੇਲੇ ਤੇ ਇਹਨੇ ਫਿਰ ਸਵੇਰ ਨੂੰ ਕਿਹਾ, ਉਹਨੇ ਮੈਨੂੰ ਥੋੜ੍ਹੇ ਜਿਹੇ ਪੈਸੇ ਦੇ ਦੇ ਧਾਰੇ, ਅਤੇ ਮੈਂ ਕੱਪੜਾ ਲੀੜਾ ਉਹਦਾ ਪਰਾਂ ਲੈ ਆਵਾਂ, ਅਤੇ ਫਿਰ ਤੂੰ ਮੇਰੇ ਤੋਂ ਲੈ ਕੇ ਠੀਕ ਹੈ। ਉਹਨੇ 7000 ਰੁਪਈਆ ਦਿੱਤਾ। ਤੁਹਾਡੀ ਬੇਟੀ ਨੇ? ਜੀ। ਅੱਛਾ। ਬਾਹਰ ਬੈਠੇ ਰਹੇ, ਗਾਣਾ ਵਜਾਣਾ ਲੱਗਾ, ਗੁੱਡੀਆਂ ਵਜਾਉਂਦੀਆਂ, ਢੋਲਕੀ ਬਾਹਰ ਬੈਠੇ ਰਹੇ। ਮਹਿੰਦੀ ਤੋਂ ਇੱਕ ਦਿਨ ਪਹਿਲਾਂ ਦੀ ਗੱਲ, ਬਾਹਰ ਫੱਟੇ 'ਤੇ ਬੈਠੇ ਹਾਂ, ਗੱਲਾਂ ਬਾਤਾਂ ਕਰਦੇ, ਉਹ ਵੀ ਬੈਠਾ ਵਿੱਚ। ਅਸੀਂ ਵੀ 3-4 ਬੈਠੇ ਹਾਂ। ਇੱਕ ਮਹੱਲੇ ਦਾ ਮੁੰਡਾ ਬੈਠਾ, ਉਹ ਚਲਾ ਗਿਆ। ਇੱਕ ਹੋਰ ਆ ਗਿਆ, ਉਹ ਵੀ ਚਲਾ ਗਿਆ। ਅਸੀਂ ਉੱਠ ਕੇ ਆਉਣ ਲੱਗੇ ਹਾਂ ਅਤੇ ਆਂਦਾ ਚਲੋ ਅੰਦਰ ਚੱਲਦੇ ਹਾਂ, ਉੱਥੇ ਬਹਿੰਦੇ ਹਾਂ, ਗੱਲਾਂ ਬਾਤਾਂ ਕਰਦੇ ਹਾਂ। ਠੀਕ ਹੈ। ਇਹ ਮੈਨੂੰ ਆਂਦਾ ਅੱਬਾ ਸਵੇਰੇ ਮਹਿੰਦੀ ਹੈ ਅਤੇ ਕੀ ਪਕਾਉਣਾ? ਮੈਂ ਕਿਹਾ ਯਾਰ ਦੇ ਕੇ ਪਕਾ ਲਾ, ਹੋਰ ਕੀ ਕਰਨਾ। ਇਸ ਤਰ੍ਹਾਂ ਸਾਰੇ ਬਹਿ ਗਏ ਆ। ਇਹ ਗੋਡਿਆਂ ਭਰਨੇ ਬਹਿ ਗਿਆ। ਬੈਠਿਆਂ ਮੈਂ ਉੱਠ ਕੇ ਬਾਹਰ ਆ ਗਿਆ। ਮੇਰਾ ਦਿਲ ਘਟਣ ਲੱਗ ਪਿਆ। ਮੈਂ ਯਾਰ ਮੈਂ ਪਾਣੀ ਪੀਵਾਂ। ਲੈ ਮੈਂ ਬਾਹਰ ਆਇਆ, ਮੈਨੂੰ ਨਹੀਂ ਪਤਾ ਪੱਖਾ ਲੱਗਾ ਸੀ। ਇਹ ਜਿਹੜੇ ਛੁਰੀ ਉਹਨੇ ਬੰਦੇ ਨੂੰ ਜਿਹੜੇ ਮਾਰੀ, ਨੇ ਦੋ ਜੀਆਂ ਨੂੰ ਮਾਰੀ। ਉਹਦੇ ਬਾਨੋਂ ਦੇਣੀ ਵੱਜੀ, ਰਫੀਕ ਦੇ ਛੁਰੀ ਵੱਜੀ। ਠੀਕ। ਰਫੀਕ ਨੂੰ ਉੱਥੋਂ ਫਿਰ ਸਾਡਾ ਭਾਣਜਾ ਲੈ ਕੇ ਭੱਜਾ। ਠੀਕ ਹੈ। ਭੱਜ ਕੇ ਉਹਨੂੰ ਲੈ ਕੇ ਆ ਗਿਆ ਜਿਹੜੇ ਤੇ ਮੇਰੇ ਤੇ ਪੱਖਾ ਡਿੱਗਾ। ਮੈਂ ਬਿਮਾਰ ਅੱਗੇ ਹਾਂ, ਮੈਂ ਡਿੱਗ ਪਿਆ ਉੱਥੇ। ਮੈਨੂੰ ਨਹੀਂ ਕੋਈ ਵੀ ਹੋਸ਼ ਨਹੀਂ। ਮੇਰੀਆਂ ਅੱਖਾਂ ਅੱਗੇ ਹਨੇਰਾ ਆ ਗਿਆ ਵੀ ਕੀ ਬਣਿਆ ਕੀ ਨਹੀਂ, ਮੈਨੂੰ ਨਹੀਂ ਪਤਾ। ਫਿਰ ਮੈਂ ਹੌਲੀ ਗਿਆ ਨਾ ਅਤੇ ਅੱਗੇ ਆਇਆ ਜਿਹੜੇ ਤੇ ਬਾਨੋਂ ਨੂੰ ਇਹਨਾਂ ਛੁਰੀਆਂ ਜਾਰੀਆਂ ਮਾਰ ਕੇ ਨੱਸ ਗਿਆ। ਦੇਖਿਆ ਉਹਦੀ ਬੜੀ ਬੁਰੀ ਹਾਲਤ। ਅੱਛਾ। 1 ਫਿਰ ਕਾਲ ਕੀਤੀ ਹੈ, ਪੁਲਿਸ ਵਾਲੇ ਆਏ ਆ। ਫਿਰ ਉਹ ਗੱਡੀ ਆਈ, ਉਹਨੂੰ ਪਾ ਕੇ ਐਂਬੂਲੈਂਸ 'ਚ ਲੈ ਗਏ। ਸਮਝ
ਜਦੋਂ ਇਹ ਸ਼ਾਦੀ ਦੇ ਉਹਨੇ ਦਿਨ ਰੱਖੇ ਨੇ ਛੋਟੇ ਭਰਾ ਦੇ ਤੇ ਉਹਨੇ ਕਿਹਾ ਕਿ ਤੁਹਾਨੂੰ ਕਿਹਾ ਕਿ ਬੁਲਾਓ, ਤੁਸੀਂ ਕਿਉਂ ਨਹੀਂ ਬੁਲਾਉਂਦੇ? ਸੋ ਤੁਹਾਨੂੰ ਪਤਾ ਸੀ ਕਿ ਕੋਈ ਇਹੋ ਜਿਹੀ ਨਹੀਂ, ਅਸੀਂ ਵੈਸੇ ਨਹੀਂ ਸੀ ਬੁਲਾਉਂਦੇ। ਵਜ੍ਹਾ ਕੀ ਸੀ? ਅਸੀਂ ਕਿਹਾ ਵੀ ਸ਼ਾਇਦ ਇਹ ਘਾਟਾ ਵਾਧਾ ਨਾ ਕਰੇ ਜਾਂ ਮਾਰੇ ਜਾਂ ਨਹੀਂ, ਕਿਵੇਂ ਹੈ ਤੁਹਾਨੂੰ ਕਿਵੇਂ ਅੰਦਾਜ਼ਾ ਹੋਇਆ ਕਿ ਅੰਦਾਜ਼ਾ ਬੋਲਦਾ ਜੋ ਨਹੀਂ ਸੀ, ਬੋਲਦਾ ਉਖੜਾ ਨਾ ਬੋਲਣ ਦੀ ਵਜ੍ਹਾ ਕੀ ਸੀ? ਵੈਸੇ ਹੀ ਅਸੀਂ ਵੀ ਉਹਦੇ ਨਾਲ ਨਹੀਂ ਇਹਨਾਂ ਤਾਲੁਕਾਤ ਰੱਖਦੇ ਰਹੇ। ਇਹ ਜਿਹੜੀ ਖਾਤੂਨ ਸੀ ਤੁਹਾਡੀ ਬੇਟੀ ਜਿਹੜੀ ਜ਼ਖਮੀ ਹੈਗੀ ਹੈ, ਇਹ ਦੂਜੀ ਸ਼ਾਦੀ? ਇਸ ਤੋਂ ਪਹਿਲੇ ਵੀ ਇਹਨੇ ਸ਼ਾਦੀ ਕੀਤੀ? ਪਹਿਲਾਂ ਵੀ ਸ਼ਾਦੀ ਕੀਤੀ। ਉਹ ਸ਼ਾਦੀ ਕੀ ਸੀ ਤੇ ਹੁਣ ਇਹ ਸ਼ਾਦੀ ਕਿਹਨੇ ਕਰਾਈ? ਲਿਆ ਜਾਏ ਕਿ ਉਹ ਬੰਦਾ ਕੰਮ ਨਹੀਂ ਸੀ ਕਰਦਾ, ਉਹਦੇ ਮਾਂ ਪਿਓ ਨੂੰ ਲਹਿਦਾ ਕੀਤਾ, ਉਹ ਕੰਮ ਨਹੀਂ ਸੀ ਕਰਦਾ। ਇਹਨੇ ਮੇਰੇ ਕੋਲ ਆਉਣਾ ਕਰਨਾ, ਇਹਨੇ ਕਿਹਾ ਅੱਬਾ ਉਹ ਕੰਮ ਨਹੀਂ ਕਰਦਾ। ਮੈਂ ਕਿਹਾ ਕੋਈ ਨਹੀਂ ਪੁੱਤਰ, ਮੇਰੇ ਕੋਲ ਪੈਸੇ ਲੈ ਜਾ ਕਰ, ਮੈਨੂੰ ਪੈਸੇ ਪੂਸੇ ਦੇਣੇ ਕਿ ਨਹੀਂ, ਤੂੰ ਸੌਦਾ ਵੀ ਦੇਣਾ ਕਰਨਾ ਵੀ ਲੈ ਪੁੱਤਰ ਕੋਈ ਗੱਲ ਨਹੀਂ। ਕੋਈ ਵਕਤ ਆ ਗਿਆ ਐਸਾ, ਉਹਨਾਂ ਨੇ ਤਲਾਕ ਭੇਜ। ਠੀਕ ਹੈ, ਕਿੰਨਾ ਅਰਸਾ ਪਹਿਲੇ ਤਲਾਕ ਭੇਜੀ? ਮੇਰਾ ਖਿਆਲ 3-4 ਮਹੀਨੇ ਪਹਿਲਾਂ ਕਰ ਲਈ ਉਹਨੇ ਤਲਾਕ। 4 ਮਹੀਨੇ ਪਹਿਲੇ? 4 ਮਹੀਨੇ ਪਹਿਲਾਂ। ਅੱਛਾ। ਫਿਰ ਉਹਨੇ ਫਿਰ ਇਹ ਬੰਦੇ ਨਾਲ ਸ਼ਾਦੀ ਕੀਤੀ ਕਿੰਨਾ ਅਰਸਾ ਹੋਇਆ? ਇਹਦੇ ਨਾਲ ਕੀਤੀ ਨੂੰ ਮੇਰਾ ਹਾਲ ਤਕਰੀਬਨ ਕਮ ਸੇ ਕਮ 14-15 ਸਾਲ ਹੋ ਗਏ। 14 ਨਹੀਂ, ਇਹ ਜਿਹੜਾ ਰਫੀਕ ਹੈਗਾ ਜਿਹੜਾ ਕਤਲ ਹੋਇਆ ਇਹਦੇ ਨਾਲ? ਇਹ ਨਹੀਂ, ਉਹਦਾ ਬੱਚਾ, 2 ਬੱਚੇ ਨੇ ਕਿਹੜੇ। ਇਹਦੇ ਨਾਲ ਸ਼ਾਦੀ ਕਦੋਂ ਹੋਈ ਹੈ ਤੁਹਾਡੀ ਬੇਟੀ ਦੀ? ਤਕਰੀਬਨ 13-14 ਸਾਲ ਹੋ ਗਏ ਨੇ। ਤੇ ਪਹਿਲੀ ਸ਼ਾਦੀ ਕਦੋਂ ਤਲਾਕ ਲਿੱਤੀ ਸੀ? ਪਹਿਲੋਂ ਉਦੋਂ ਹੀ 6 ਮਹੀਨਿਆਂ ਬਾਅਦ ਕਿ 4 ਮਹੀਨਿਆਂ ਬਾਅਦ ਉਹਨੇ ਸ਼ਾਦੀ ਕੀਤੀ ਹੈ ਦੁਬਾਰਾ। ਤਲਾਕ ਤੋਂ 3-4 ਮਹੀਨੇ ਬਾਅਦ ਸ਼ਾਦੀ ਕਰ ਲਈ। ਇਹ ਪਸੰਦ ਦੀ ਸ਼ਾਦੀ ਸੀ? ਨਹੀਂ, ਪਸੰਦ ਦੀ ਸ਼ਾਦੀ। ਮੀਡੀਆ ਵਗੈਰਾ ਤੇ ਚੱਲਦਾ ਰਿਹਾ ਕਿ ਪਸੰਦ? ਨਹੀਂ, ਬਿਲਕੁਲ ਇਹ ਗੱਲ ਗਲਤ ਹੈ, ਕਿਉਂਕਿ ਅਸੀਂ ਵਿੱਚ ਪੈ ਕੇ ਮੈਂ ਡਿਊਟੀ ਤੇ ਚਲਾ ਗਿਆ ਵਾਂ। ਇਹਦੀ ਮਾਂ ਮੈਨੂੰ ਦੱਸ ਕੇ ਗਈ ਹੈ ਕਿ ਮੈਂ ਕੁੜੀ ਦਾ ਨਿਕਾਹ ਕਰ ਆਉਣੀ ਹੈ। ਮੈਂ ਘਰ ਸ਼ਨਾਖਤੀ ਕਾਰਡ ਦੀ ਫੋਟੋ ਕਾਪੀ ਉਹਦੀ ਲੱਗੀ ਬਕਾਇਦਾ। ਸਮਝਦੇ, ਅਸੀਂ ਕਿਸੇ ਨੂੰ ਨਹੀਂ ਦੱਸਿਆ ਹੈਗਾ ਵੀ ਇਹ ਸ਼ਾਦੀ ਕੀਤੀ ਹੈ ਜਾਂ ਨਹੀਂ ਕੀਤੀ। ਕਿਉਂ, ਵਜ੍ਹਾ ਕੀ ਸੀ? ਵੈਸੇ ਹੀ ਅਸੀਂ ਨਹੀਂ ਦੱਸਿਆ। ਫਿਰ ਪਿੰਡ 'ਚ ਆਈ, ਪਿੰਡ 'ਚ ਰਹਿੰਦੀ ਰਹੀ। ਤੇ ਇਹ ਮੁੰਡਾ ਕਿੱਥੋਂ ਦਾ ਸੀ ਜਿਹੜਾ ਕਤਲ ਹੋਇਆ? ਉਹ ਸਾਡੇ ਮਾਮੇ ਦਾ ਪੁੱਤਰ ਹੈ, ਅਸੀਂ ਉਹਦੇ ਫੁੱਫੀ ਦੇ ਪੁੱਤਰ। ਸਮਝਦੇ, ਉਹ ਵੀ ਇੱਥੇ ਪਿੰਡ 'ਚ ਹੀ ਰਹਿੰਦਾ ਸੀ? ਪਿੰਡ 'ਚ ਵੀ ਰਹਿ ਕੇ ਗਏ ਬੜਾ ਚਿਰ। ਤੇ ਹੁਣ ਕਿੱਥੇ ਰਹਿੰਦੇ ਸਨ? ਹੁਣ ਉਹ ਸ਼ੇਖੂਪੁਰੇ ਰਹਿੰਦੇ ਸੀ। ਸ਼ੇਖੂਪੁਰਾ ਤੋਂ ਸ਼ਾਦੀ ਤੇ ਬੁਲਾਇਆ ਸੀ? ਹਾਂ, ਸ਼ੇਖੂਪੁਰੇ ਸ਼ਾਦੀ ਤੇ ਬੁਲਾਇਆ। ਬਾਜੀ, ਤੁਹਾਡੇ ਤੋਂ ਸਫੀਆ ਛੋਟੀ ਹੈ ਜਾਂ ਵੱਡੀ? ਛੋਟੀ ਭੈਣ ਹੈ। ਕਿੰਨਾ ਅਰਸਾ ਪਹਿਲੇ ਉਹਦੀ ਪਹਿਲੀ ਸ਼ਾਦੀ ਹੋਈ ਸੀ? 2 ਬੱਚੀਆਂ ਨੇ, 1 ਬੱਚਾ, 3 ਬੱਚੇ ਨੇ। 3 ਬੱਚਿਆਂ ਤੋਂ ਬਾਅਦ ਉਹਦੀ ਸ਼ਾਦੀ ਹੋਈ। ਨਹੀਂ, ਪਹਿਲੀ ਸ਼ਾਦੀ ਕਦੋਂ ਕੀਤੀ? ਕਿੰਨਾ ਅਰਸਾ ਪਹਿਲੇ ਕੀਤੀ ਸੀ? ਉਹ ਭਾਈ 2 ਬੱਚੇ। ਕਾਫੀ ਅਰਸਾ ਹੋ ਗਿਆ। ਹਾਂਜੀ, ਵੱਡੀ 3 ਬੱਚਾ, ਬੱਚੇ। ਵੱਡਾ ਬੱਚਾ ਕਿੰਨੀ ਉਮਰ ਦਾ ਹੈਗਾ? ਹੁਣ ਜਿਹੜਾ ਸਭ ਤੋਂ ਛੋਟਾ ਬੱਚਾ ਨਾ, ਉਹ ਮੇਰੇ ਹਿਸਾਬ ਨਾਲ 15 ਸਾਲਾਂ ਦਾ ਹੋਣਾ। ਯਾਨੀ 20 ਸਾਲ ਪਹਿਲੇ ਸ਼ਾਦੀ ਹੋਈ ਸੀ। ਤੇ ਤਲਾਕ ਕਦੋਂ ਹੋਈ ਪਹਿਲੇ ਸ਼ਾਦੀ? ਉਦੋਂ ਹੀ ਪਹਿਲੀ ਸ਼ਾਦੀ ਤੋਂ ਤਲਾਕ ਕਦੋਂ ਹੋਈ? ਉਦੋਂ ਹੀ ਤਲਾਕ ਹੋਈ। ਜੇ ਬੱਚਾ ਆਇਆ ਸੀ ਨਾ। ਕਿੰਨੇ ਬੱਚੇ ਕਿੰਨੇ ਨੇ? 3 ਬੱਚੇ ਨੇ। ਹਾਂਜੀ। ਆਖਰੀ ਬੱਚੇ ਤੋਂ ਬਾਅਦ ਤਲਾਕ ਹੋ ਗਈ ਸੀ। ਹਾਂਜੀ। ਤੇ ਇਸ ਬੰਦੇ ਨਾਲ ਕਦੋਂ ਸ਼ਾਦੀ ਕੀਤੀ? ਤੇ ਉਦੋਂ ਬਾਅਦ 15 ਸਾਲਾਂ ਬਾਅਦ ਇਹਦੇ ਨਾਲ ਕੀਤੀ ਹੈ। 15 ਸਾਲ ਇੱਧਰ ਵਸਿਆ ਤੇ ਉਹ ਫੋਟੋ। ਹੁਣ ਜਦੋਂ ਇਹ 15 ਸਾਲ ਪਹਿਲੇ ਤੁਹਾਡੀ ਹੁਸ਼ੀਰਾ ਦੀ ਇਹਦੇ ਨਾਲ ਰਫੀਕ ਨਾਲ ਸ਼ਾਦੀ ਹੋਈ, ਮਿਲਣਾ ਜੁਲਣਾ ਨਹੀਂ ਸੀ ਤੁਹਾਡੇ ਭਰਾ ਦਾ ਬਿਲਕੁਲ ਵੀ? ਨਹੀਂ। ਵਜ੍ਹਾ ਕੀ ਸੀ? ਤੁਸੀਂ ਤੇ ਆਪਸ ਚ ਭੈਣਾਂ ਗੱਲਾਂ ਕਰਦੇ ਰਹਿੰਦੇ ਨੇ। ਜਿੰਨੀ ਵਜ੍ਹਾ ਕੋਈ ਵੀ ਨਹੀਂ ਸੀ ਭਾਈ। ਉਹ ਨਹੀਂ ਰਾਜੀ ਸੀ ਕਿ ਇਹਨੇ ਸ਼ਾਦੀ ਕਿਉਂ ਕੀਤੀ। ਦੂਜੀ ਸ਼ਾਦੀ ਕਿਉਂ ਕੀਤੀ? ਅਸੀਂ ਆਖਿਰ ਤੂੰ ਨਹੀਂ ਰਾਜੀ, ਅਸੀਂ ਇਹਨੂੰ ਘਰ ਬਾਹਰ ਕਿਵੇਂ ਖਵਾਵਾਂਗੇ? ਸਾਡੀ ਮਾਂ ਨੇ ਕਰ ਦਿੱਤੇ। ਇੱਕ ਹੁਣ ਅਸੀਂ ਆਪਦੀ ਬੱਚੀ ਦੀ ਸ਼ਾਦੀ ਕੀਤੀ, ਉਹ ਵੀ ਨਹੀਂ ਵਸਦੀ ਚੱਜ ਨਾਲ। ਤੇ ਇਹ ਤਲਾਕ ਨਹੀਂ ਲੈਣ ਦਿੰਦਾ। ਅਸੀਂ ਨਹੀਂ ਲਈ। ਹੁਣ ਉਹਦਾ ਹਾਲ ਵੇਖੋ ਕੀ ਹੋਇਆ ਪਿਆ। ਤੇ ਕੋਈ ਨਹੀਂ, ਚਲੋ ਇਹਦੀ ਵੀ ਜਵਾਨੀ ਸੀ, ਕਰ ਲਈਏ। ਤੇ ਹੁਣ ਇਹਨੂੰ ਨਹੀਂ ਰੋਟੀ, ਮੈਨੂੰ ਨਹੀਂ ਦਿੰਦੇ। ਮੇਰਾ ਮੀਆਂ ਬਹੁਤ ਹੋਇਆ, ਮੇਰਾ ਪਿਓ ਮੇਰੇ ਨਾਲ ਹੈ। ਤੇ ਮੈਨੂੰ ਰੋਟੀ ਦਿੰਦੇ ਤੇ ਉੱਥੋਂ ਵੀ ਆਂਦੇ ਤੂੰ ਕਿਉਂ ਇਹਨਾਂ 2 ਭੈਣਾਂ ਦਾ ਏਦਾਂ ਕਰ। ਅਸਲ ਜੇ ਆ ਮਾਮਲਾ ਸਾਨੂੰ ਨਹੀਂ ਪਤਾ ਲੱਗਾ ਇਹਨੂੰ ਕੀ ਬਣਿਆ ਤੇ ਕੀ ਨਹੀਂ ਬਣਿਆ। ਸਾਨੂੰ ਸਾਰੀਆਂ ਭੈਣਾਂ ਨੂੰ ਇਕੱਠਿਆ ਕਰਦੇ। ਮੇਰੀ ਤਬੀਅਤ ਉਹ ਜਨਾਬ ਇਹ ਆਂਦਾ ਹੈ, ਮੈਂ ਗਈ ਨਹੀਂ ਤੇ ਮੈਂ ਵਾਪਸ ਆ ਗਈ। ਇੱਕ ਮਿੰਟ ਬਾਜੀ। ਉਹ ਇਹ ਆਂਦਾ ਹੈ ਕਿ ਪਿਓ ਜਿਹੜਾ ਨਾ ਧੀਆਂ ਨੂੰ ਪੈਸੇ ਦਿੰਦਾ, ਧੀਆਂ ਨੂੰ ਖਰਚ ਦਿੰਦਾ, ਸਾਨੂੰ ਖਰਚ ਨਹੀਂ ਦਿੰਦਾ। ਮੈਂ ਕਿਹਾ ਪੁੱਤਰ, ਮੈਂ ਤੁਹਾਡੀਆਂ ਸ਼ਾਦੀਆਂ ਕੀਤੀਆਂ ਨੇ, ਤੁਹਾਨੂੰ ਜਗ੍ਹਾ ਦਿੱਤੀ ਹੈ, ਤੁਹਾਡੀਆਂ ਸ਼ਾਦੀਆਂ ਦੇ ਜਿੰਨੇ ਪੈਸੇ ਲੱਗੇ ਮੈਂ ਤੁਹਾਨੂੰ ਖਰਚ ਨਹੀਂ ਪਾਇਆ। ਮੈਂ ਤੁਹਾਡੇ ਕੋਲ ਇੱਕ ਕਾਨਾ ਨਹੀਂ ਲਿਆ ਔਰ ਤੁਹਾਡੇ ਤੋਂ ਮੈਂ ਕਦੀ ਮੰਗਿਆ ਵੀ ਨਹੀਂ ਹੈਗਾ। ਮੈਂ ਆਪਣੇ ਕੱਖਾਂ 'ਚ ਆਪ ਸਾੜਨਾ। ਠੀਕ ਹੈ, ਧੀ ਹੈ, ਧੀ ਦਾ ਖਾਮਨ ਨਹੀਂ ਹੈਗਾ। ਤੇ ਮੈਂ ਤਾਂ ਧੀ ਨੂੰ ਮਜਬੂਰੀ ਖਰਚ ਦੇਣਾ ਕਿ ਕਿਸੇ ਘਰੋਂ ਮੰਗਣ ਜਾਏ ਮੇਰੀ ਬੇਇੱਜ਼ਤੀ। ਸਮਝਦੇ ਆਹ ਗੱਲ? ਤੁਸੀਂ ਕੀ ਕਰਦੇ ਚਾਚਾ ਜੀ? ਮੈਂ ਮੇਲੇ 'ਚ ਕੰਮ ਕਰਦਾ ਰੁਸਮ ਟਾਵਰ 'ਚ। ਅੱਛਾ। ਸਮਝਦੇ, ਮੈਂ ਤਾਂ ਧੀ ਨੂੰ ਖਰਚ ਵੀ ਅੱਛਾ ਚਾਚਾ। ਦੇਣਾ ਮਜਬੂਰੀ। ਅੱਛਾ ਬਾਜੀ, ਤੁਹਾਨੂੰ ਯਾਨੀ ਇਹ ਤਾਨੇ ਮਾਰਦਾ ਸੀ ਕਿ ਤੁਸੀਂ ਵਾਲਿਦ ਕੋਲੋਂ ਖਰਚ ਲੈਂਦੇ, ਬਸ ਇਹ ਹੋਰ ਕੀ ਗੱਲਾਂ ਕਰਦਾ ਸੀ? ਉਹ ਕਰਦਾ ਕੀ ਹੈ? ਲੋਕਾਂ ਨੇ ਬਥੇਰਾ ਮੇਰੇ ਨਾਲ ਤਾਵਨ ਕੀਤਾ ਹੈਗਾ ਤੇ ਉਹ ਕਰਦਾ ਤੇ ਲੋਕਾਂ ਨੇ। ਮੈਂ ਉਹਦੇ ਘਰ ਬੈਠੀ। ਇਹਨੇ ਮੈਨੂੰ ਇੱਕ ਦਿਨ ਲੋਕੀ ਪੁੱਤਰਾਨਾ ਵੀ ਦੇ ਦੇਣ, ਮੈਨੂੰ ਇੱਕ ਦਿਨ ਉਹ ਵੀ ਨਹੀਂ ਦਿੱਤਾ ਹੈਗਾ।
ਤੇ ਬਸ ਨਾ ਮੇਰੇ ਨਾਲ ਵੀ ਨਹੀਂ ਸੀ ਬੋਲਦਾ ਹੈਗਾ ਤੇ ਮੇਰੇ ਘਰ ਵੀ ਉਦੋਂ ਆਇਆ ਹੁੰਦਾ ਉਹ ਵਿਆਹ ਤਾਂ ਨਹੀਂ ਜਾਂਦੇ ਮਰੇ। ਅੱਛਾ, ਤੁਹਾਡੇ ਨਾਲ ਵੀ ਗੱਲ ਨਹੀਂ ਕਰਦਾ? ਤੁਸੀਂ ਕਿੰਨੇ ਭੈਣ ਭਰਾ ਹੋ? ਅਸੀਂ 4 ਭੈਣਾਂ 3 ਭਰਾ ਨੇ। ਤੇ ਸਿਰਫ ਭੈਣਾਂ ਨਾਲ ਨਹੀਂ ਮਿਲਦਾ ਜਾਂ ਭਰਾਵਾਂ ਨੂੰ ਵੀ? ਨਹੀਂ, ਮੇਰੇ ਨਾਲ ਵੀ ਨਹੀਂ ਸੀ ਬੋਲਦਾ ਹੁੰਦਾ। 3 ਸਾਲ ਹੋ ਗਏ ਹੈਗੇ ਨੇ ਤੇ ਹੁਣ ਨਾ ਉਦੋਂ ਆਇਆ ਹੁੰਦਾ ਆਈ ਨਹੀਂ ਗਈ ਹੈਗੀ। ਮੈਂ ਕਿਹਾ ਮੈਂ ਆਪ ਨਹੀਂ ਠੀਕ ਹੈਗੀ। ਮੈਂ ਗਈ ਹਾਂ ਤੇ ਮੈਂ ਨਾ 9 ਵਜੇ ਆ ਗਈ। ਪਤਾ ਨਹੀਂ ਮੈਨੂੰ ਕੀ ਹੋਇਆ, ਮੈਂ ਠੀਕ ਨਹੀਂ ਸੀ। ਮੈਂ 9 ਵਜੇ ਆ ਗਈ। ਮੈਂ ਦਵਾਈ ਖਾਣੀ ਜਾਣ ਘਰ। ਮੈਂ ਘਰ ਆ ਗਈ ਹਾਂ ਤੇ ਬੱਚੀ ਮੇਰੀ ਇੱਕੋ ਹੀ ਸੋ ਗਈ ਤੇ ਇੱਕ ਬੱਚਾ ਗਿਆ। ਦੂਸਰੀ ਵੀ ਆਂਦੀ ਮੈਂ ਜਾਣਾ ਤਾਂ ਉਹਦਾ ਮਾਮੂ ਛੋਟਾ ਹੈ ਲੈ ਗਿਆ ਨਾ। ਸਾਈਦ ਉੱਥੇ ਹੈਗਾ ਸੀ ਤੇ ਉਹ ਲੈ ਕੇ ਤੇ ਬੱਚੀ ਛੋਟੀ ਨੂੰ ਘਰ ਆ। ਇੱਕ ਮੇਰੀ ਬੱਚੀ ਤੇ ਬੱਚਾ ਉੱਥੇ ਰਹਿ ਗਏ ਨੇ। ਬਾਕੀ ਇੱਕ ਮੇਰੀ ਬੱਚੀ, ਦੋਵੇਂ ਮੇਰੀਆਂ ਬੱਚੀਆਂ ਤੇ ਮੈਂ ਘਰ ਨੇ ਤੇ ਉਹਨਾਂ ਦਾ ਮਾਮੂ ਲੈ ਕੇ ਆ ਗਿਆ। ਉਹ ਛੱਤ ਤੇ ਪੈ ਗਏ ਨੇ ਜਦੋਂ ਇਹ ਵਾਕਿਆ ਆਇਆ। ਤੁਹਾਨੂੰ ਕੀ ਲੱਗਦਾ ਕਿਉਂ ਕਤਲ ਕੀਤਾ ਉਹਨੇ ਪੜਵਈਆ ਨੂੰ? ਸਾਨੂੰ ਸਮਝ ਹੀ ਨਹੀਂ ਆਉਂਦੀ ਕਿ ਕਤਲ ਕਿਉਂ। ਸਾਨੂੰ ਥੋੜੀ ਜਿਹੀ ਵੀ ਗੱਲ ਦਾ ਸਾਨੂੰ ਇਹਦਾ ਇਸ਼ਾਰਾ ਹੀ ਪਤਾ ਲੱਗ ਜਾਂਦਾ ਤੇ ਅਸੀਂ ਕੋਈ ਪੜਵਈਏ ਦੇ ਨਾਲ ਉਹਦੀ ਕੋਈ ਲੜਾਈ ਝਗੜਾ ਤੇ ਕੋਈ ਰੰਜਿਸ਼ ਗੱਲ ਨਹੀਂ ਨਹੀਂ, ਕੋਈ ਬਾਤ ਨਹੀਂ ਸੀ। ਇਹ ਜਨਾਬ ਭਣਵਈਏ ਨੂੰ ਆਪਣੇ ਨੂੰ ਲੈ ਕੇ ਤੇ ਆਪਣੇ ਮਾਮੇ ਨੂੰ ਲੈ ਕੇ ਤੇ ਪੁਲ ਤੇ 3 ਘੰਟੇ 4 ਘੰਟੇ ਬੈਠਾ ਰਿਹਾ। ਚਾਹ ਚੂ ਪੀਂਦੇ ਰਹੇ ਨੇ, ਸਾਰਾ ਦਿਨ ਫਿਰਦੇ ਰਹੇ ਨੇ। ਆਪਣੇ ਮਾਮੇ ਅਜਮਤ ਦੇ ਨਾਲ ਫਿਰਦੇ ਰਹੇ ਨੇ, ਸਾਰਾ ਦਿਨ ਪੁਲ ਤੇ ਬੈਠੇ ਰਹੇ ਨੇ। ਅੱਛਾ ਮੈਂ ਗਿਆ ਵਾਂ ਤੇ ਮੈਨੂੰ ਉਹਨਾਂ ਨੇ ਕਿਹਾ ਜਿਸਲੇ ਵਾਕਿਆ ਹੋ ਗਿਆ ਨਾ ਜੀ ਤੇ ਮੈਂ ਦੂਸਰੇ ਦਿਨ ਗਿਆ। ਉਦੋਂ ਲੰਘਦਾ ਬੰਦੇ ਇੱਕੋ ਨੇ ਮੈਨੂੰ ਕਾਲ ਕੀਤੀ ਇੱਧਰ ਆ। ਮੈਂ ਚਲਾ ਗਿਆ। ਬਰਫ ਵਾਲਾ ਜੁਨਾ ਮੇਰਾ ਯਾਰ ਦੋਸਤ, ਉਹਦੇ ਕੋਲ ਮੈਂ ਗਿਆ ਪੈਸੇ ਲੈਣ ਵਾਸਤੇ। ਮੈਨੂੰ ਉਹਦਾ ਪੈਸੇ ਲੈ ਜਾ ਜਾ। ਮੈਂ ਉਹਦੇ ਕੋਲ ਗਿਆ ਤੇ ਉੱਥੇ ਬੰਦਿਆਂ ਨੇ ਕਿਹਾ ਉਹਨੇ ਕੱਲ ਯਾਰ ਉਹ ਤੁਹਾਡਾ ਪ੍ਰਾਹੁਣਾ ਤੇ ਅਜਮਤ ਤੇ ਤੇਰਾ ਮੁੰਡਾ ਇਹ 3 ਘੰਟੇ ਇੱਥੇ ਪੁਲ ਤੇ ਬਹਿ ਰਹੇ ਨੇ, ਚਾਹ ਚੂ ਪੀਂਦੇ ਰਹੇ। ਉਹ ਪ੍ਰਾਹੁਣਾ ਸਾਡਾ ਬਿਮਾਰ ਜਿਹੜਾ ਉਹ ਵੀ ਨਾਲ ਹੀ ਹੈ, ਉਹ ਵੀ ਇੱਥੇ ਬੈਠਾ ਹੈ। ਸਾਰਾ ਦਿਨ ਉਹਦੇ ਨਾਲ ਹੀ ਫਿਰਦੇ ਰਹੇ ਨੇ। ਸਮਝਦੇ ਸਾਨੂੰ ਉਹਦੇ ਦਿਲ ਦਾ ਕੀ ਪਤਾ ਸੀਗਾ ਵੀ ਇਹਦੇ ਦਿਲ 'ਚ ਕੀ। ਹੁਣ ਇਹਨੇ ਵਾਰਦਾਤ ਇਕੱਲੇ ਨੇ ਕੀਤੀ ਹੈ ਜਾਂ ਹੋਰ ਵੀ ਕੋਈ ਸੀ? ਇਕੱਲਾ ਹੀ ਹੀ ਸੀ। ਇਕੱਲਾ ਹੀ ਫੜਿਆ ਗਿਆ ਹੁਣ ਕਿ ਨਹੀਂ? ਨਹੀਂ ਫੜਿਆ ਗਿਆ। ਤੇ ਹੁਣ ਤੁਸੀਂ ਕੀ ਚਾਹੁੰਦੇ ਹੋ? ਬੇਟੀ ਦਾ ਕਤਲ ਹੋਇਆ ਹੈ, ਬੇਟੀ ਨੂੰ ਇੰਜ ਜ਼ਖਮੀ ਕੀਤਾ ਹੈ, ਪੜਵਈਏ ਨੂੰ ਦਾਮਾਦ ਨੂੰ ਅਸੀਂ ਤੁਹਾਡੇ ਆਨੇ ਆ ਕਿ ਪੁਲਿਸ ਫੜ ਕੇ ਕਾਰਵਾਈ ਕਰੇ ਲਿਆ ਜਾਏ ਕਿ ਹੋਰ ਨਾ ਆਏ, ਕਿਉਂਕਿ ਹੋਰ ਕਿਸੇ ਦਾ ਨੁਕਸਾਨ ਨਾ ਕਰੇ, ਚੰਗੀ ਮਾੜੀ ਨਾ ਕਰੇ। ਅਸੀਂ ਇਹੋ ਹੀ ਆਨੇ ਆ ਬਸ। ਕਰਦਾ ਕੀ ਹੈ ਤੁਹਾਡਾ ਬੇਟਾ? ਉਹ ਟੀਚਰ ਦਾ ਕੰਮ ਕਰਦਾ, ਮੰਜੀਆਂ ਦੀ ਦੁਕਾਨ ਹੈ ਉਹਦੀ। ਸ਼ਾਦੀशुदा ਹੈਗਾ? ਜੀ ਜਨਾਬ, 4 ਬੱਚੇ ਨੇ ਉਹਦੇ। ਤੇ ਪਿੰਡ 'ਚ ਹੀ ਰਹਿੰਦਾ? ਪਿੰਡ 'ਚ ਰਹਿੰਦਾ। ਤੇ ਹੁਣ ਕਤਲ ਤੋਂ ਬਾਅਦ ਫਰਾਰ ਹੋ ਗਿਆ? ਫਰਾਰ ਹੋ ਗਿਆ। ਉਹਦੀ ਬੀਵੀ ਵੀ ਤੇ ਉਹ ਵੀ ਫਰਾਰ ਹੋ ਗਏ, ਉਦਾਂ ਹੀ ਹੋ ਗਏ। ਤੇ ਬੀਵੀ ਕਿੱਥੋਂ ਦੀ ਰਹਿਣ ਵਾਲੀ ਉਹਦੀ? ਬੀਵੀ ਉਹਦੀ ਦਾ ਨਹੀਂ ਪਤਾ। ਅਸੀਂ ਤੇ ਕਿਸੇ ਘਰੋਂ 5 ਨੰਬਰ ਤੋਂ ਵਿਆਹ ਕੇ ਲੈ ਆਏ। ਹਾਂਜੀ सही, बड़ी मेहरबानी। आप ज़ख्मी होने वाली खातून के वालिदैन वालिद और दीगर की गुफ्तगू सुन रहे थे जी चाचा जी। ਉਸ ਤੋਂ ਬਾਅਦ ਛੋਟਾ ਪੁੱਤਰ ਮੇਰਾ ਉਹਦੇ ਤੋਂ ਛੋਟਾ जी ਤੀਸਰੇ ਦਾ ਛੋਟਾ ਹੈ, ਉਹਨੇ ਉਹਨੂੰ ਜੱਫਾ ਮਾਰਿਆ ਹੈ। ਉਹਨੇ ਉਹਨੂੰ ਪਰਾਂ ਹੋ ਜਾ, ਮੈਂ ਤੈਨੂੰ ਗੋਲੀ ਮਾਰ ਦੇਣੀ ਹੈ, ਮੈਂ ਛੁਰੀ ਮਾਰ ਦੇਣੀ। ਉਹਨੇ ਆਪਣੇ ਆਪ ਨੇ ਇੰਝ ਕਰਕੇ ਛਿਣ ਗਿਆ। ਉਹ ਵਿਚਾਰਾ ਡਿੱਗ ਪਿਆ। ਮਾੜਾ ਸੀ ਉਹ ਡਿੱਗ ਪਿਆ। ਮੈਂ ਤੇ ਵੈਸੇ ਹੀ ਬੈਠਾ ਸੀ, ਮੇਰੇ ਤੇ ਪੱਖਾ ਡਿੱਗਾ ਤੇ ਮੈਨੂੰ ਹੋਸ਼ ਭੁੱਲ ਗਈ। ਮੇਰੇ ਤੇ ਉਹ ਜੀ ਮੈਂ ਤੂੰ ਕਦਮ ਚੱਲਾਂ ਤੇ ਮੈਂ ਬਿਮਾਰ ਹਾਂ, ਸਾਹ ਦੀ ਕਸਰ ਤੇ ਮੇਰੇ ਤੋਂ ਨਹੀਂ ਚੱਲਿਆ ਜਾਂਦਾ। ਮੈਂ ਬਹਿ ਜਾਂਦਾ, ਬਹਿ ਕੇ ਸਾਹ ਲੈ ਲੈਂਦਾ, ਫਿਰ ਉੱਠ ਕੇ ਤੁਰ ਪੈਂਦਾ। सही ਤੇ ਮੇਰੇ ਕੋਲੋਂ ਜਿਹੜੇ ਨਸਿਆ ਨਾ ਤੇ ਪੱਖੇ ਦੀ ਤਾਰ ਲੱਗੀ, ਤਾਰ ਜਿਹੜੇ ਲੱਗੀ ਤੇ ਪੱਖਾ ਮੇਰੇ ਆ ਡਿੱਗ ਪਿਆ। ਮੈਨੂੰ ਨਹੀਂ ਪਤਾ। हाँ जी वो तुसी दस्या ਹਨੇਰਾ ਆ ਗਿਆ सही ਵੀ ਕੀ ਬਣਿਆ ਕੀ ਨਹੀਂ। ਜਿਹੜੇ ਭੱਜਿਆ ਬਾਹਰ ਲਾਲਾ ਲਾਲਾ ਹੋਈ ਹੈ। ਮੈਂ ਬਾਹਰ ਜੇ ਲਿਆ ਤੇ ਉਹਨੇ ਕੁੜੀ ਨੂੰ ਹੁਣ ਤੁਸੀਂ ਚਾਹੁੰਦੇ ਹੋ ਕਿ ਉਹਨੂੰ ਸਜ਼ਾ ਮਿਲੇ? ਸਜ਼ਾ ਮਿਲੇ, ਬਿਲकुल जो मकसद है। मेहरबानी। अब ज़ख्मी होने वाली खातून के बुरसा की गुफ्तगू सुन रहे थे, जबकि इनका दामाद जो है वो कत्ल हुआ है। मुकदमा जो है वो इनके दामाद के भाई के मुद्दई में दर्ज किया गया। कुछ अहले इलाका भी बैठे हुए हमारे साथ, इनसे भी जानने की कोशिश करेंगे कि किस तरह की उसकी रेपुटेशन थी और इस वकूए के बारे में उनको क्या मालूम है। अच्छा अकबर साहब, तुसी इस इलाके 'ਚ किन्ने अरसे तो रह रहे हो? ਅਸੀਂ ਸਾਡਾ ਜੰਪਲ ਹੀ ਤੇ ਜਿਹੜੇ ਕਾਤਿਲ ਹੈਗਾ ਉਹ ਕਾਤਲ ਵੀ ਇੱਥੇ ਹੀ ਜੰਪਲ। ਉਹਦੇ ਬਾਰੇ 'ਚ ਕੀ ਜਾਣਦੇ ਹੋ? ਇਸ ਖਾਨਦਾਨ ਦੇ ਮੁਤਲਕ ਕੀ ਦੱਸੋਗੇ? ਉਹ ਬਹੁਤ ਅੱਛਾ ਸੀ ਮੁੰਡਾ ਜਿਹਨੇ ਦੇ ਕਤਲ ਹੋਇਆ। ਕੰਮ ਕਰਦਾ ਸੀ, ਮੈਨੂੰ ਮਜ਼ਦੂਰੀ ਕਰਦਾ ਸੀ ਆਪਦਾ। ਇਹ ਸ਼ਾਦੀ ਦੇ ਦਿਨ ਉਹਨੇ ਇਹਨਾਂ ਨੂੰ ਆਪਦੇ ਭੈਣ ਭਣੋਈ ਨੂੰ ਬੁਲਾ ਕੇ ਤੇ ਅਸੀਂ ਇਹ ਸੁਣੀਆਂ ਹੀ ਹੈ ਗੱਲਾਂ, ਅਸੀਂ ਵੇਖਿਆ ਕੁਛ ਨਹੀਂ ਇਹਦਾ। ਠੀਕ ਹੈ। ਉੱਥੇ ਉਹ ਜਦੋਂ ਉਹਨਾਂ ਨੂੰ ਬੁਲਾਇਆ ਹੱਸਣ ਕੇ ਪਿੰਡਿਆਂ ਨੇ ਆਪਣਾ ਗਾਉਣ ਸ਼ਾਉਣ ਦੀਆਂ ਬੁਰੀਆਂ ਗਾਉਣੀਆਂ ਗਾਉਣੀਆਂ ਨੇ। ਅਚਾਨਕ ਉਹ ਹਾਸਿਆਂ ਖੇਡਦੇ ਬੈਠੇ ਸੀ, ਇਹਨਾਂ ਬਣਵਈਆ ਬੈਠਾ ਸੀ। ਉਹਨੇ ਛੁਰੀਆਂ ਕੱਢੀਆਂ ਨੇ, 2 ਛੁਰੀਆਂ ਕੱਢੀਆਂ ਨੇ ਸੁਣੀਆਂ ਜੋ ਉਹਨੇ ਉਹਦੇ ਤੇ ਭੈਣ ਭਣੋਈਏ ਨੂੰ ਮਾਰੀਆਂ। ਬਾਅਦ 'ਚ ਉਹਨੇ ਆਪਣੀ ਭੈਣ ਨੂੰ ਮਾਰੀ। ਵਜ੍ਹਾ ਕੀ ਪਤਾ ਚੱਲੀ? ਪਿੰਡ 'ਚ ਤਾਂ ਗੱਲ ਜੰਗਲ 'ਚ ਅੱਗ ਵਗਰ ਫੈਲਦੀ ਹੈ। ਇਸ ਗੱਲ ਦੀ ਕੋਈ ਕਿਸੇ ਨੂੰ ਸਮਝ ਨਹੀਂ ਲੱਗੀ। ਕੋਈ ਨਹੀਂ ਸੀ, ਸਾਰੇ ਇਕੱਠੇ ਸਨ। ਕੋਈ ਇਹਨਾਂ ਦੇ ਵਿੱਚ ਮਾਮਲਾ ਅਸੀਂ ਨਹੀਂ ਵੇਖਿਆ ਨਾ ਸੁਣਿਆ। ਪਹਿਲੇ ਇਹ ਹੀ ਸੀ ਕਿ ਸਾਰੇ ਇਕੱਠੇ ਇੱਕੋ ਜਗ੍ਹਾ 'ਤੇ ਬੈਠੇ, ਖਾਣਾ ਸ਼ਾਨਾ ਖਾਦਾ, ਜੋ ਵੀ ਬਾਹਰ ਪਹਿਲੇ ਫੱਟੇ ਮਹੱਲੇ 'ਚ ਉਹਦਾ ਰਵੱਈਆ ਕੈਸਾ ਲੋਕਾਂ ਮਹੱਲੇ ਦੇ ਦੇ ਨਾਲ? ਬਹੁਤ ਅੱਛਾ ਰਵੱਈਆ, ਕਿਸੇ ਨਾਲ ਕੋਈ ਬਦਤਮੀਜ਼ੀ ਨਹੀਂ, ਕਿਸੇ ਨਾਲ ਵਾਧਾ ਘਾਟਾ ਨਹੀਂ। ਇਹਨਾਂ ਦੇ ਵਾਲਦ ਦਾ ਵੀ, ਇਹਨਾਂ ਦੀਆਂ ਭੈਣਾਂ ਦਾ ਵੀ, ਕਿਸੇ ਨਾਲ ਕੋਈ ਐਸਾ ਮਾਮਲਾ ਨਹੀਂ। ਉੱਠਣਾ ਬੈਠਣਾ ਉਹਦਾ ਕਿਹੋ ਜਿਹੇ ਬਹੁਤ ਲੋਕਾਂ ਨਾਲ ਹੈ? ਅੱਛੇ ਲੋਕਾਂ ਨਾਲ ਉਹਨਾਂ ਉੱਠਣਾ ਬੈਠਣਾ। ਆਪਣੀ ਮਜ਼ਦੂਰੀ ਕਰਦੇ, ਫਰਨੀਚਰ ਦੀ ਦੁਕਾਨ ਬਣਾਈ ਸੀ ਇੱਥੇ ਸਾਡੇ ਪਿੰਡ 'ਚ।
कोई ऐसा ਹੁੰਦਾ ਬਾਹਰ ਕੋਈ ਗੱਲ ਹੀ ਨਿਕਲੀ ਕਿ ਨਹੀਂ ਕੋਈ ਕਿਉਂ ਬਾਹਰ ਕਤਲ? ਗੱਲ ਹੀ ਨਹੀਂ ਨਿਕਲੀ ਐਸੀ ਕੋਈ ਮਾਮਲਾ ਹੋਇਆ ਹੀ ਨਹੀਂ। ਤੇ ਉਹਦੀ ਜਿਹੜੀ ਬੀਵੀ ਹੈਗੀ ਹੈ ਕਾਤਲ ਦੀ ਉਹ ਐਸੇ ਪਿੰਡ ਦੀ ਸੀ? ਨਹੀਂ ਉਹਦਾ ਸਾਨੂੰ ਨਹੀਂ ਪਤਾ ਕਿੱਥੋਂ ਦੀ ਹੈ, ਉਹ ਇਹਨਾਂ ਨੂੰ ਹੀ ਪਤਾ ਹੈ। ਸਾਨੂੰ ਤਾਂ ਇੰਨਾ ਹੀ ਪਤਾ ਕਿ ਉਹਦੀ ਬੀਵੀ ਹੈ, ਸਾਨੂੰ ਇਹਦੀ ਸ਼ਾਦੀ ਦਾ ਵੀ ਨਹੀਂ ਪਤਾ। ਕਦੀ ਅੱਜ ਤੱਕ ਕੋਈ ਉਹਦੀ ਕਾਤਲ ਦੀ ਪਿੰਡ 'ਚ ਲੜਾਈ ਹੋਈ ਹੈ? ਨਹੀਂ, ਕੋਈ ਨਹੀਂ। ਕੋਈ ਲੜਾਈ ਝਗੜਾ ਕੁਝ ਨਹੀਂ, ਕਦੀ ਨਹੀਂ ਹੋਇਆ? ਬਹੁਤ ਸ਼ਰੀਫ ਬੰਦੇ ਨੇ ਸਾਰੀ ਤੁਸੀਂ- ਫੈਮਿਲੀ ਸ਼ਰੀਫ ਬੰਦੇ। ਤੁਸੀਂ ਕੌਣ ਹੋ? ਮੈਂ ਵੀ ਮਹੱਲੇਦਾਰ ਹਾਂ ਜਨਾਬ। ਮਹੱਲੇਦਾਰ ਫੈਮਿਲੀ ਵਾਲੀ ਫੈਮਿਲੀ ਸਾਰੇ ਨੂੰ ਜਾਣਦੇ ਹੋ? ਸਾਰੇ ਖਾਨਾ ਹਾਂਜੀ ਸਰ। ਕਿਹੋ ਜਿਹਾ ਸੀ ਮੁੰਡਾ? ਕੀ ਉਹਦੇ ਮੁਤਲਕ? ਸਰ ਬੰਦਾ ਠੀਕ ਸੀ ਲੇਕਿਨ ਉਹਦਾ ਘਰ ਵਾਲਿਆਂ ਨਾਲ ਰਵੱਈਆ ਚੰਗਾ ਨਹੀਂ ਸੀ ਹੈ। ਅੱਛਾ, ਠੀਕ ਹੈ, ਤੇ ਉਹ ਆਪਣੀਆਂ ਭੈਣਾਂ ਨੂੰ ਚੰਗਾ ਨਹੀਂ ਸਮਝਦਾ। ਉਹਦੀ ਕੀ ਵਜ੍ਹਾ ਸੀ? ਉਹਦੀ ਇਹ ਵਜ੍ਹਾ ਸੀ ਕਿ ਜ਼ਰਾ ਨਾ ਪੈਸੇ, ਪਿਓ ਪੈਸੇ ਪੁੱਤਰਾਂ ਨੂੰ ਦੇਵੇ, ਭੈਣਾਂ ਨੂੰ ਕਿਉਂ ਦਿੰਦਾ? ਠੀਕ ਹੈ, ਤੇ ਜਿੰਦਾ ਵੇਖੋ ਜੀ ਬਾਹਰ ਉਹਦਾ ਰਵੱਈਆ ਅੱਛਾ ਸੀ, ਘਰ ਵਾਲਿਆਂ ਨਾਲ ਅੱਛਾ ਨਹੀਂ ਸੀ ਹੈ। ਜਿੱਦਣ ਇਹ ਵਾਕਿਆ ਹੋਇਆ ਹੈ ਮੈਨੂੰ ਆ ਬਾਜੀ ਹਰਾਂ ਨੇ ਕਾਲ ਕੀਤੀ ਹੈ ਰਾਤ 3 ਵਜੇ। ਮੈਂ ਮੋਬਾਈਲ ਜਾਣ ਕੇ ਸਾਇਲੈਂਟ ਤੇ ਨਹੀਂ ਸੀ ਲਾਇਆ, ਅਕਸਰ ਮੈਂ ਸਾਇਲੈਂਟ ਤੇ ਲੈ ਕੇ ਸੋਣਾ, ਨਹੀਂ ਤੇ ਲਾਇਆ ਨਹੀਂ ਸੀ। ਤੇ ਮੈਂ ਰਾਤ 3 ਵਜੇ ਇਹਨਾਂ ਕਾਲ ਕੀਤੀ, 3:30 ਵਜੇ ਇਹਨਾਂ ਦੇ ਬੂਹੇ ਤੇ ਆ ਗਿਆ। ਅਸੀਂ ਇਹਨਾਂ ਕਿਹਾ ਜੀ ਖੂਨ ਦੀ ਜ਼ਰੂਰਤ ਹੈ, ਨਹੀਂ ਤੇ ਮਰ ਜਾਣੇ ਨੇ ਦੋਵੇਂ, ਖੂਨ ਬੜਾ ਬਹਿ ਗਿਆ। ਅਸੀਂ ਮੈਂ ਤੇ ਮੇਰੇ ਕੁਛ ਯਾਰ ਦੋਸਤ ਨੇ ਉਹਨਾਂ ਨੂੰ ਨਾਲ ਲਿਆ ਤੇ ਅਸੀਂ ਹਸਪਤਾਲ ਚਲੇ ਗਏ, ਜਨਰਲ ਹਸਪਤਾਲ, ਵੱਡੇ ਜਨਰਲ। ਉੱਥੇ ਗਏ ਚਲੇ ਆ। ਉੱਥੇ ਜਦੋਂ ਗਏ ਆ ਉਹਦਾ ਜਿਹੜਾ ਭਰਾ ਹੈ, ਅਸੀਂ ਖੂਨ ਚੈੱਕ ਕਰਾਉਣ ਗਏ ਆ ਤੇ ਉਹਦੇ ਭਰਾ ਦਾ ਰਲ ਗਿਆ ਖੂਨ। ਉਹਨੇ ਕਿਹਾ ਜੀ ਖੂਨ ਦਿਓ, ਉਹਦੇ ਭਰਾ ਨੇ ਆਖਿਆ ਮੈਂ ਨਹੀਂ ਦੇਣਾ। ਸਾਡਾ ਇੱਕ ਯਾਰ ਸੀ ਉਹਦਾ ਵੀ ਰਲ ਗਿਆ, ਉਹਨੇ ਫਿਰ ਖੂਨ ਦਿੱਤਾ, ਮੇਰਾ ਨਹੀਂ ਸੀ ਰਲਿਆ। ਤੇ ਮੈਂ ਫਿਰ ਵੀ ਆਖਿਆ ਮੇਰੀ ਬੋਤਲ ਕੱਢ ਲਵੋ, ਮੇਰਾ ਖੂਨ ਰੱਖ ਕੇ ਇਹਨਾਂ ਨੂੰ ਲਾ ਦਿਓ ਜਿਹੜਾ ਤੁਹਾਡੇ ਕੋਲ ਪਿਆ ਇਹਨਾਂ ਦਾ। ਸਹੀ। ਉਹਨਾਂ ਕਿਹਾ ਜੀ ਪਿਆ ਹੁੰਦਾ ਤੇ ਅਸੀਂ ਜ਼ਰੂਰ ਇੰਜ ਕਰਦੇ, ਪਿਆ ਨਹੀਂ। ਫਿਰ ਅਸੀਂ ਹਸਪਤਾਲ ਰਹੇ ਹਾਂ, ਇਹ ਮੈਂ 10-11 ਵਜੇ ਤੱਕ ਹਸਪਤਾਲ ਰਿਹਾ। ਮੈਨੂੰ ਕੋਈ 7-8 ਵਜੇ ਪਤਾ ਲੱਗ ਗਿਆ ਜੀ ਉਹ ਫੌਤ ਹੋ ਗਿਆ ਬੰਦਾ। ਤੇ ਬਾਜੀ ਦੀ ਵੀ ਹਾਲਤ ਬੜੀ ਸੀਰੀਅਸ, ਸਫੀਆ ਬਾਨੋ ਦੀ ਹਾਲਤ ਬੜੀ ਸੀਰੀਅਸ ਹੈ। ਤੇ ਅਸੀਂ ਕਿਹਾ ਕਿ ਆਪਣਾ ਕਿ ਇਹਨਾਂ ਦੇ ਡੈੱਡ ਬੋਡੀ, ਉਹਨਾਂ ਆਖਿਆ ਨਹੀਂ ਜੀ ਪੁਲਿਸ ਵਾਲੇ ਆਣਗੇ ਆਪਣੀ ਕਾਰਵਾਈ ਕਰਨਗੇ, ਉਹਦੇ ਤੋਂ ਬਗੈਰ ਨਹੀਂ ਮਿਲੇਗੀ, ਲੇਕਿਨ ਫੌਤ ਹੋ ਗਿਆ। ਠੀਕ ਹੈ। ਫਿਰ ਉਹਨਾਂ ਕਿਹਾ ਜੀ ਬੀਬੀ ਦੀ ਹਾਲਤ ਵੀ ਬੜੀ ਖਰਾਬ ਹੈ ਤੇ ਅੱਗੋਂ ਅੱਲਾ ਕੋਲ ਦੁਆ ਕਰੋ। ਤੇ ਉਹ ਅੱਲਾ ਖੈਰ ਕੀਤਾ, ਉਹਨਾਂ ਦਾ ਆਪਰੇਸ਼ਨ ਕਾਮਯਾਬ ਹੋ ਗਿਆ। ਉਹਨਾਂ ਦੀ ਹੁਣ ਹਾਲਾਂਕਿ ਇਹ ਬੰਦੇ ਨਾਲੋਂ ਜ਼ਿਆਦਾ ਉਹਨੇ ਬੀਬੀ ਨੂੰ ਛੁਰੀਆਂ ਮਾਰੀਆਂ। ਬੀਬੀ ਨੂੰ ਉਹਨੇ ਤਕਰੀਬਨ ਕੋਈ 7-8 ਜਗ੍ਹਾ ਤੇ ਛੁਰੀਆਂ ਮਾਰੀਆਂ। ਅੱਛਾ। ਹਾਂਜੀ। ਤੇ ਬੰਦੇ ਨੂੰ ਉਹਨੇ ਇੱਥੇ ਛੁਰੀ ਮਾਰੀ ਹੈ ਪੇਟ ਦੇ ਵਿੱਚੋਂ, ਜਬ ਕਿ ਆਰ ਪਾਰ ਹੋ ਗਈ ਹੈ। ਏਡੀ ਲੰਮੀ ਤੇ ਛੁਰੀ ਸੀ ਉਹਦੇ ਕੋਲ, ਆਰ ਪਾਰ ਛੁਰੀ ਹੋ ਗਈ ਹੈ। ਤੇ ਉਹਨੇ ਛੁਰੀ ਤਾਂ ਚੁੱਕ ਦਿੱਤੀ, ਉਹ ਜਾ ਕੇ ਨਾ ਗੁਰਦਾ ਪਾੜ ਗਿਆ, ਜਿੰਦੀ ਵਜ੍ਹਾ ਤੋਂ ਫੌਤ ਹੋ ਗਿਆ। ਤੇ ਖੂਨ ਵੀ ਉਹਦਾ ਬੜਾ ਬਹਿ ਗਿਆ ਸੀ। ਤੇ ਬੀਬੀ ਨੂੰ ਛੁਰੀ ਇੱਕ ਇੱਥੇ ਵੱਜੀ ਸੀ, ਇੱਕ ਇੰਜ ਵੱਜੀ ਸੀ, ਤੇ ਇੱਥੇ ਵੱਜੀ ਸੀ, ਪੱਟ ਤੇ ਵੀ ਵੱਜੀ ਸੀ, ਐ ਹੱਥ ਤੇ ਵੀ ਫਿਰੀ ਸੀ। ਯਾਨੀ ਕਿ ਉਹਨੇ ਅਸਲ ਮਾਰਿਆ ਬੀਬੀ ਨੂੰ ਸੀ, ਬੁੱਢੀ ਨੂੰ। ਲੇਕਿਨ ਰੱਬ ਦੇ ਕੰਮ ਨੇ, ਫੌਤ ਉਹ ਵਿਚਾਰਾ ਹੋ ਗਿਆ। ਹੁਣ ਬੀਬੀ ਆ ਗਈ ਘਰ? ਬੀਬੀ ਦਾ ਨਹੀਂ ਪਤਾ ਕਿੱਥੇ ਆ, ਕਿਉਂਕਿ ਹਸਪੀਟਲੋਂ ਉਹ ਸ਼ਾਇਦ ਉਹਨਾਂ ਨੇ ਕਿਤੇ ਖੁਫੀਆ ਟਿਕਾਣੇ ਤੇ ਰੱਖੀ ਹੋਵੇ ਤਾਂ ਕਿ ਉੱਥੇ ਨਾ ਪਹੁੰਚ ਸਕੇ, ਨਾ ਮਾਰ ਸਕੇ ਉਹਨੂੰ ਬੀਬੀ ਨੂੰ। ਤੇ ਲੇਕਿਨ ਉਹਨੇ ਕੋਸ਼ਿਸ਼ ਬੀਬੀ ਨੂੰ ਮਾਰਨ ਦੀ ਕੀਤੀ, ਬੰਦੇ ਨੂੰ ਨਹੀਂ ਕੀਤੀ। ਬੰਦੇ ਨੂੰ ਤੇ ਉਹਨੇ ਸਿਰਫ 2-4 ਮਾਰ ਕੇ ਛੱਡ ਦਿੱਤਾ। ਬੀਬੀ ਦੇ ਪਿੱਛੇ ਤੋੜ ਗਲੀ 'ਚ ਭੱਜਦਾ ਗਿਆ, ਹਮਸਾਏ ਨਾਲ ਸਨ। ਇਹ ਵਾਕਿਆ ਹੋਣ ਤੋਂ ਤਕਰੀਬਨ ਕੋਈ 2 ਘੰਟੇ ਬਾਅਦ ਮੈਨੂੰ ਪਤਾ ਲੱਗਾ। ਅਸੀਂ ਫਿਰ ਹਸਪੀਟਲ ਪਹੁੰਚ ਗਏ, ਉੱਥੋਂ ਡੈੱਡ ਬੋਡੀ ਉਹ ਮਿਆਊ ਹਸਪਤਾਲ ਲੈ ਗਏ ਨੇ, ਉੱਥੋਂ ਪੋਸਟਮਾਰਟਮ ਕਰਕੇ ਫਿਰ 2 ਦਿਨਾਂ बाद उन्होंने दे दी थी। सही, बड़ी मेहरबानी। आप ज़ख्मी होने वाली खातून और यानी जिनका दामाद कत्ल अंसारों की गुफ्तगू सुन रहे थे, अहले मोहल्ला की भी आपने गुफ्तगू सुनी। इस किस्म के वाक़यात जो हैं वो घरेलू नाचाकियों की वजह से पेश आते हैं, लेकिन इसके अंदर खातून जो है आपने सुना कि उसको शदीद ज़ख्मी किया गया है और वो अभी उसकी हालत ख़तरे से बाहर है, लेकिन वो ज़ेर इलाज है। जबकि मकतूल जो है उसकी डेड बॉडी दे दी गई थी और फिर उसकी तदफीन हो गई थी। मुकदमा जो है वो मकतूल के भाई की मुद्दई में दर्ज किया गया। मज़ीद तफसीलात जानते हैं कि ये वक़ूआ क्यों कर पेश हुआ, वो इस हवाले से क्या कहते हैं।
आपने ज़ख्मी होने वाली सफ़िया बीबी के वर्सा की गुफ्तगू सुनी, उनका जो बयान था वो आपके सामने आया, लेकिन मुद्दई मुकदमा जो है वो मकतूल के भाई शफीक हैं और रफ़ीक को क्यों कत्ल किया, क्या मामला चल रहे थे, ये तमाम तफसीलात जानने के लिए हमने इनसे रब्ता किया। शफीक साहब, एक तो वक्त के लिए बहुत शुक्रिया। शफीक, ये बताइए कि आपके इल्म में ये मामला कब आया और क्या मामला आपके इल्म में आया? ਇਹ ਉਥੋਂ ਆਏ ਨੇ ਵਿਆਹ ਤੇ ਇਹਨਾਂ ਨੇ ਕਿਹਾ ਵਿਆਹ ਹੈ ਤੇਰੇ ਭਰਾ ਦਾ ਆ ਜਾ। अच्छा, ਉਹ ਵਿਆਹ ਨਹੀਂ ਸੀ ਹੈਗਾ, ਢੋਲਕੀਆਂ ਨਾਲ ਵਜਾਰੇ ਸਨ, ਆਂਦੇ ਸਨ ਤੇਲ ਮਹਿੰਦੀ ਹੈ, ਤੇਲ ਮਹਿੰਦੀ ਕੋਣੀ ਸੀ, ਵਿਆਹ ਨਹੀਂ ਸੀ। ਉਹ ਡਰਾਮੇ ਨਾਲ ਸੱਦ ਕੇ ਨਾ ਪਲਾਨ ਬਣਾ ਕੇ ਤਿੰਨਾਂ, ਸਾਜਦ ਤੇ ਬਸ਼ੀਰ ਤੇ ਮਿੱਠੂ, ਇਹ ਤਿੰਨਾਂ ਨੇ ਪਲਾਨ ਬਣਾ ਕੇ ਉਹਨੂੰ ਮਾਰਿਆ। ਕੋਲ ਉੱਤੇ ਬੈਠੇ ਸਨ, ਦੂਸਰੇ ਕਿਸੇ ਨੇ ਨਹੀਂ ਛਡਾਇਆ। ਪਹਿਲੇ ਮੇਰੇ ਭਾਈ ਕੋ ਛੁਰੀਆਂ ਮਾਰੀਆਂ, ਬਾਅਦ ਚ ਮੇਰੀ ਭਰਜਾਈ ਕੋ ਮਾਰਿਆ। वजह? ਕੋਈ ਵਜ੍ਹਾ ਨਹੀਂ ਸੀ, ਹੱਸਦੇ ਖੇਡਦੇ ਸਨ, ਲੜਾਈ ਲੜਾਈ ਵੀ ਸਾਡੀ ਕੋਨੀ ਸੀ। ਇਹਨਾਂ ਪਹਿਲੇ ਕਿਧਰੇ ਪਲਾਨ ਬਣਾਈ ਸੀ। नहीं, प्लान क्यों बनाया सी, ਤੁਹਾਨੂੰ ਕੀ ਪਤਾ ਹੈ? ਕੋਈ वजह की सी मारन ਦੀ, ਕਤਲ ਦੀ ਵਜ੍ਹਾ ਕੀ ਤੁਹਾਨੂੰ ਲੱਗਦੀ ਹੈ? ਕੀ ਵਜ੍ਹਾ ਮਾਰਨ? ਵਜ੍ਹਾ ਹੋਈ ਇਹਨੇ ਪਿਆਰ ਨਾਲ ਆ ਮਾਰੇ ਚ ਸ਼ਾਦੀ ਕੀਤੀ ਹੈ ਕਿਹਨੇ? ਭਾਈ ਮੇਰੇ ਨੇ। ਨਹੀਂ, ਉਹ ਕੁੜੀ ਦੇ ਵਾਲਿਦੈਨ ਯਾਨੀ ਵਾਲਦ ਵੀ ਆਉਂਦਾ ਸੀ, ਵਾਲਦ ਵੀ 2-2 ਮਹੀਨੇ ਰਹਿ ਕੁੜੀ ਦਾ ਜਿਹੜਾ ਵਾਲਿਦ ਹੈ ਉਹ ਤੇ ਕਹਿੰਦਾ ਕਿ ਲਵ ਮੈਰਿਜ ਨਹੀਂ ਹੈਗੀ, ਲਾ ਮਰਚ ਸਫੀਆ ਨੇ ਤਲਾਕ ਲੈ ਲਈ ਸੀ ਆਪਣੇ ਦਾਲਤੀ ਪਹਿਲੇ ਨਿਕਾਹ, ਦਾਲਤੀ ਨਿਕਾਹ, ਝੂਠ ਨਹੀਂ ਮਾਰਨਾ, ਦਾਲਤੀ ਨਿਕਾਹ। ਅੱਛਾ, ਉਂਝ ਨਿਕਾਹ ਨਹੀਂ ਹੋਇਆ? ਨਹੀਂ, ਦਾਲਤ ਫੈਸਲਾਬਾਦ ਕਚਹਿਰੀ ਨਹੀਂ, ਉਹਦੀ ਤੇ ਨਿਕਾਹ। ਸ਼ਾਦੀ ਹੋਈ ਸੀ ਨਾ। ਉਹਦੀ ਸ਼ਾਦੀ ਪਹਿਲੇ ਹੋਈ ਸੀ ਸਿਕੰਦਰਾਬਾਦ ਕਲੱਥੀ ਮੋੜ ਤੇ। ਅੱਛਾ, ਉਹਦਾ ਬੰਦਾ ਕੰਮ ਨਹੀਂ ਸੀ ਕਰਦਾ, ਉਸਨੇ ਛੋੜ ਕੇ ਤਲਾਕ ਲੈ ਕੇ ਉਹਦੇ ਮੇਰੇ ਚੋਂ ਕਿੰਨੇ ਬੱਚੇ ਸੀ? ਉਹਦੇ ਚ 2 ਬੱਚੀਆਂ, 1 ਬੱਚਾ ਵੱਡਾ। ਠੀਕ ਹੈ। ਉਹ ਨਾਲ ਹੀ ਉਹਨੇ ਲਿਖ ਦਿੱਤੀਆਂ ਤਲਾਕ ਦੇ ਵਿੱਚ। ਉਹ ਮੇਰਾ ਭਾਈ ਨੇ ਪਾਲੀਆਂ, ਛੋਟੇ ਛੋਟੇ ਬੱਚੇ ਸੀ। ਕਿੰਨਾ ਅਰਸਾ ਪਹਿਲੇ ਤੁਹਾਡੇ ਭਾਈ ਨੇ ਇਹਦੇ ਨਾਲ ਸ਼ਾਦੀ ਕੀਤੀ? 5 ਸਾਲ ਹੋ ਗਏ ਨੇ ਮੈਂ ਇਹਨੂੰ ਸਾਡੇ ਕੋਲ ਰਹਿੰਦੇ ਆ। ਅੱਛਾ, ਤੇ ਸ਼ਾਦੀ 5 ਸਾਲ ਪਹਿਲੇ ਹੀ ਕੀਤੀ ਸੀ? ਹਾਂ, 5 ਸਾਲ ਸ਼ਾਦੀ। ਫੈਸਲਾਬਾਦ ਮੇਰੇ ਤਾਏ ਨੇ ਨਿਕਾਹ ਕਰਾਇਆ। ਦਾਲ ਅਦਾਲਤ ਚੋਂ ਕਿਉਂ ਨਿਕਾਹ ਕਰਾਇਆ? ਖਾਨਦਾਨ ਨਹੀਂ ਮੰਨਦੇ ਸਨ? ਨਹੀਂ, ਕੋਈ ਨਹੀਂ ਸੀ ਰਾਜ਼ੀ। ਕਿਉਂ? ਵਜ੍ਹਾ ਦੋਵੇਂ ਜੀ ਜਾ ਕੇ ਦਾਲ ਤੇ ਪੇਸ਼ ਹੋਏ ਨੇ। ਨਹੀਂ, ਵਜ੍ਹਾ ਕੀ ਸੀ ਜਦੋਂ ਉਹਨੂੰ ਤਲਾਕ ਹੋ ਗਈ ਸੀ? ਇਹ ਮੰਨਦੇ ਆ, ਕੋਈ ਵੀ ਨਹੀਂ ਸੀ, ਇਹ ਦੋਵੇਂ ਜੀ ਰਾਜ਼ੀ ਸਨ ਨਿਕਾਹ 'ਚ। ਨਹੀਂ, ਘਰ ਵਾਲਿਆਂ ਨੂੰ ਕੀ ਮਸਲਾ ਕੀ ਸੀ? ਕਿਉਂ ਉਹ ਕਹਿੰਦੇ ਸਨ ਕਿ ਨਾ ਸ਼ਾਦੀ ਉਹ ਆਂਦੇ ਹਨ ਇਹਦੇ ਨਾਲ ਸ਼ਾਦੀ ਨਹੀਂ ਕਰਨੀ, ਅਸਾਂ ਨਹੀਂ ਦੇਣੀ, ਸਿੱਧੀ ਗੱਲ। ਤੇ ਤੁਹਾਡੇ ਭਰਾ ਦੀ ਸ਼ਾਦੀ ਨਹੀਂ ਹੋਈ ਸੀ ਪਹਿਲੇ? ਸ਼ਾਦੀ ਨਹੀਂ ਸੀ, ਉਹ ਕੁਵਾਰਾ ਸੀ। ਕਿੰਨੀ ਉਮਰ ਸੀ ਉਹਦੀ? ਉਮਰ ਉਹਦੀ ਉਦੋਂ ਆਇਆ ਸੀ 25-26 ਸਾਲ। ਤੇ ਖਾਤੂਨ ਦੀ ਉਮਰ ਕਿੰਨੀ ਹੈ? ਉਹਦੀ ਆਇਆ ਇਸ ਟਾਈਮ 40 ਸਾਲ। ਅੱਛਾ, ਵੱਡੀ ਹੈ ਉਹਦੇ ਕੋਲ ਉਮਰ? ਉਹਦੇ ਨਾਲ ਵੱਡੀ। ਤੇ ਜਦੋਂ ਇਹ ਦੂਜੀ ਯਾਨੀ ਪਹਿਲੀ ਸ਼ਾਦੀ ਹੋਈ ਸੀ ਉਦੋਂ ਦਾ ਇਹ ਮਸਲਾ ਚੱਲ ਰਿਹਾ ਸੀ, ਪਿਆਰ ਮੁਹੱਬਤ ਵਾਲਾ, ਜਾਂ ਬਾਅਦ ਉਦੋਂ ਮਿਲਦੇ ਗਿਲਦੇ ਸਨ, ਇਹਨਾਂ ਵਸਾ ਕੇ ਮਾਰਿਆ, ਸੱਦ ਕੇ ਵਸਾ ਕੇ ਮਾਰਿਆ। ਉਸ ਦਿਨ ਕਿਹੜੇ ਸ਼ਹਿਰ 'ਚ ਤੁਸੀਂ, ਹੁਣ ਤੁਹਾਡਾ ਭਰਾ ਤੇ ਭਾਬੀ ਰਹਿੰਦੇ ਸਨ? ਇਹ ਕਲੱਥੀ ਮੋੜ ਤੇ ਰਹਿੰਦੇ ਨੇ, ਫੈਸਲਾਬਾਦ ਰੋਡ ਤੇ। ਉਸ ਦਿਨ ਇਧਰੋਂ ਲੋਰੋ ਫੋਨ ਆਇਆ ਕਿ ਆਓ, ਉਸ ਦਿਨ ਕੀ ਹੋਇਆ? ਦੱਸਿਆ ਕਦੀ ਉਹਨਾਂ ਨੇ ਤੁਹਾਨੂੰ? ਨਹੀਂ, ਕੋਈ ਨਹੀਂ ਦੱਸਿਆ। ਆਉਂਦੇ ਜਾਂਦੇ ਸਨ, ਮਿੱਠੂ ਵੀ ਆਉਂਦਾ ਸੀ, ਸਾਜਦ ਵੀ ਆਉਂਦਾ ਸੀ, ਇਹ ਜਿੰਨੇ ਮਾਰੇ ਨੇ। ਅੱਛਾ, ਬੁਲਾਂਦਾ ਕਰਵਾਉਂਦਾ ਰਿਹਾ ਉਹਨਾਂ ਨੂੰ। ਸਾਜਦ ਵੀ ਬੁਲਾਂਦਾ ਕਰਵਾਉਂਦਾ ਰਿਹਾ, ਤੇ ਉਧਰੋਂ ਕੰਨ 'ਚ ਲੁੱਕੀਆਂ ਲਾ ਕੇ ਪਿੱਛੇ ਰਿਪੋਰਟ ਦਿੰਦਾ ਰਿਹਾ। ਮੇਰੇ ਭਰਾ ਨੂੰ ਉੱਥੋਂ ਲੈ ਕੇ ਆਇਆ ਨਾਲ। ਉੱਤੇ ਅਸਰਾਂ ਸਿਰ ਤੇ ਖਲੋਤੇ ਨੇ, ਮੈਂ ਵੀ ਮੌਕੇ ਤੇ ਮੌਜੂਦ ਸਾਂ, ਕਿਸੇ ਨੇ ਨਿਗਾਹ ਛਡਾਇਆ। ਤੁਸੀਂ ਮੌਕੇ ਤੇ ਮੌਜੂਦ ਸੀ? ਮੌਕੇ ਤੇ ਮੈਂ ਅੱਜ ਬੈਠਾ ਸਾਂ, ਢੋਲਕੀ ਵੀ ਜਾਣ ਡੇ, ਹੱਸਣ ਖੇਡਣ ਡੇ। ਤੁਹਾਡੇ ਆਪਸ ਕੋਈ ਰਿਸ਼ਤੇਦਾਰੀ ਵਗੈਰਾ ਵੀ ਹੈਗੀ ਹੈ? ਨਹੀਂ, ਰਿਸ਼ਤੇਦਾਰੀ ਨਹੀਂ, ਇਹ ਫੁੱਫੀ ਦੀ ਹੈ ਜਿਹੜੀ ਇਹਨੇ ਸ਼ਾਦੀ ਕੀਤੀ, ਅਸੀਂ ਮਾਮੇ ਦੇ। ਅੱਛਾ, ਰਿਸ਼ਤੇਦਾਰੀ ਹੋਈ ਨਾ ਆਪਸ 'ਚ? ਇਹ ਮਸਲਾ ਹੈ, ਫੁੱਫੀ ਮਾਮੇ ਦੇ ਆ ਬਸ। ਹੁਣ ਯਾਨੀ ਜਦੋਂ ਉਹਨਾਂ ਨਾਲ ਸਾਡੀ ਗੱਲ ਹੋਈ ਹੈ, ਜਿਹੜੀ ਸਫੀਆ ਦੇ ਵਾਲਿਦ ਤੇ ਭੈਣਾਂ ਨੇ, ਉਹਨਾਂ ਨਾਲ ਗੱਲ ਹੋਈ ਹੈ, ਤੇ ਉਹ ਕਹਿੰਦੇ ਨੇ ਕਿ ਗੁਜ਼ਿਸ਼ਤਾ ਕਾਫੀ ਅਰਸੇ ਤੋਂ ਜਿਹੜਾ ਕਾਤਿਲ ਹੈਗਾ ਉਹ ਆਪਣੀ ਭੈਣ ਨੂੰ ਨਹੀਂ ਮਿਲਦਾ ਸੀ, ਇਹਨਾਂ ਦਾ ਝਗੜਾ ਹੋ ਗਿਆ ਸੀ। ਫੋਨ ਕਰਦਾ, ਸਾਰਾ ਕੁਝ ਸੌਦਾ ਸੌਦਾ ਸਾਰਾ। ਇਹਨਾਂ ਕਿਹਾ ਵਿਆਹ, ਮੇਰੀ ਭਰਜਾਈ ਨੇ ਉਸਨੇ 20,000 ਦਾ ਸੌਦਾ ਦੇਗਾਂ ਦਾ ਲੈ ਕੇ ਦਿੱਤਾ। 20,000 ਦੇ ਕੱਪੜੇ ਕੁਪੜੇ ਬਣਾਏ ਨੇ, ਸਾਰਾ ਕੁਝ ਬਣਾ ਬਣੂ ਕੇ ਨਾ ਸੰਭਾਲ ਲਿਆ। ਸੰਭਾਲ ਕੇ ਮੇਰੇ ਭਰਾ ਨੂੰ ਮਾਰ ਦਿੱਤਾ। ਵਿਆਹ ਕੋਈ ਸੀ, ਇਹ ਡਰਾਮੇ ਨਾਲ ਸੱਦਿਆ ਸਾਰਾ। ਤੁਸੀਂ ਮੁਕੱਦਮਾ ਕਿਹਦੇ ਖਿਲਾਫ ਦਰਜ ਕਰਾਇਆ? ਮੈਂ ਸਾਜਦ ਦੇ ਨਾਂ ਕਰਾਇਆ, ਤੇ ਬਸ਼ੀਰ ਤੇ ਮਿੱਠੂ, ਇਹ 3 ਬੰਦੇ। ਤੇ ਵਜ੍ਹਾ ਅਨਾਜ ਕੀ ਲਿਖਿਆ? ਵਜ੍ਹਾ ਕੀ ਲਿਖੀ? ਹਾਂ, ਵਜ੍ਹਾ ਕਤਲ ਦੀ ਵਜ੍ਹਾ ਕੀ ਲਿਖੀ ਤੁਸੀਂ? ਕਤਲ ਦੀ ਵਜ੍ਹਾ ਅੱਗੋਂ ਥਾਣੇਦਾਰ ਨੇ ਲਿਖੀ ਹੈ, ਖੁਰੇ 302 ਲਿਖੀ। ਮਰ ਗਿਆ, ਉਹਨਾਂ ਹੀ ਡੈੱਡ ਬਾਡੀ ਲੈ ਕੇ ਦਿੱਤੀ ਹੈ ਮੈਨੂੰ ਲਿਖ ਕੇ। ਤੁਹਾਡੇ ਭਰਾ ਨੇ ਕਦੀ ਤੁਹਾਨੂੰ ਦੱਸਿਆ ਸੀ ਕਿ ਇੰਜ ਸਸੁਰਾਲ ਵੱਲੋਂ ਕੋਈ ਡਰ ਹੈਗਾ, ਕੋਈ ਮਾਰ ਦੇਗਾ? ਨਹੀਂ, ਉਹ ਮੇਲੇ ਤੇ ਆਏ ਨੇ ਦੋਵੇਂ ਜੀ। ਭਰਾ ਮੇਰਾ ਸੱਜੇ ਖੱਬੇ ਹੋ ਗਿਆ, ਭਰਜਾਈ ਮੇਰੀ ਕੋ ਪਿਸਟਲ ਲੈ ਕੇ ਪਿਆ ਹੈ। ਉਹਨੂੰ ਨਹੀਂ ਉਹਨੇ ਮਾਰਿਆ ਕਿਸੇ ਨੂੰ। ਭਰਾ ਮੇਰਾ ਮੇਲਾ ਲੱਗਾ ਸੀ, ਰਾਸ਼ ਦੇ ਵਿੱਚ ਵੜ ਗਿਆ, ਨਿਕਲ ਗਏ ਨੇ। ਫਿਰ ਦੋਵੇਂ ਜੀ ਠੀਕ ਹੋ ਕੇ ਨਿਕਲ ਗਏ ਨੇ। ਬਾਅਦ 'ਚ ਇਹਨੇ ਸੱਦਿਆ ਨੇ ਕਿ ਆ ਜਾਓ ਤੁਹਾਡੀ ਮੈਂ ਹੁਣ ਸੁਲਾਹ ਕੀਤੀ ਹੈ, ਤੇ ਤੁਸੀਂ ਵਿੱਚ ਨਹੀਂ ਮੇਰੇ ਬਹਿੰਦੇ, ਭਰਾ ਦਾ ਵਿਆਹ।
ਉਹ ਵਿਆਹ ਕੋਈ ਨਹੀਂ ਸੀ, ਉਹ ਡਰਾਮਾ ਸੀ। ਤੁਹਾਡੇ ਭਰਾ ਦਾ ਸੁਸਰ ਕਹਿੰਦਾ ਹੈ ਕਿ ਤੁਸੀਂ ਮੁਕੱਦਮਾ ਦਰਜ ਕਰਾਉਣ ਤੋਂ ਬਾਅਦ ਗਾਇਬ ਹੋ ਗਏ ਤਾਂ ਤੁਸੀਂ ਮੁਕੱਦਮਾ ਜਾਣਬੁੱਝ ਕੇ मैं गया पेश सदका होया, मेरे ये भरा का खफन नहीं मैला होया, ये जनाजा मैं उत्थे जाके रखी है पिंड में। ये मनु आंदे सन बयान दे के छड़ा दे, बनवई दा जनाजा पढ़ लेदा। मैं डरदा गैप होया, मनु ये धमकियां लांदे सन बंदे, असी तीसरे दिन छड़ा लांदे, इंज कर लांदे, इंज कर लांदे। वो लोकन मेरा भरा मरिया, मैं गरीब आदमी हाँ, मेरे नाल जायजती होई। ਧਮਕੀਆਂ ਕੀ ਲਾਉਂਦੇ ਨੇ? ਧਮਕੀਆਂ ਇਹ ਲਾਉਂਦੇ ਨੇ ਵੀ ਅਸੀਂ ਬਿਆਨ ਬਾਨੋ ਦੇ ਕਰਾ ਕੇ, ਉਹਨੂੰ ਨਹੀਂ ਪਤਾ ਲੱਗਾ ਨਾ ਵੀ ਤੇਰਾ ਬੰਦਾ ਮਰ ਗਿਆ, ਉਹਨੂੰ ਇਹ ਸਾਈਡ ਤੇ ਸੱਜੇ ਖੱਬੇ ਰੱਖਦੇ ਨੇ। ਮੈਂ ਇਸਕੋ ਫੋਨ ਵੀ ਕਰਨਾ ਵਾ, ਮੇਰੀ ਉਸਕੋ ਗੱਲ ਕਰਵਾ। ਯਾਸਮੀਨ ਨੂੰ ਪਤਾ ਜਿਹੜੇ ਘਰ ਹੈਗੀ, ਇਹਨੇ ਹਸਪਤਾਲੋਂ ਖੜੀ ਹੈ, ਮੈਂ ਅੱਛਾ, ਹਸਪਤਾਲੋਂ ਤੁਹਾਡੇ ਕੋਲ ਨਹੀਂ ਹੈਗੀ ਹੁਣ ਤੁਹਾਡੀ ਮੇਰੇ ਕੋਲ ਨਹੀਂ ਹੈਗੀ, ਪਿੰਡ ਹੈ ਯਾਸਮੀਨ ਨੂੰ ਪਤਾ ਜੀ। ਉਹਨੂੰ ਜਿੱਥੇ ਤੇ ਫੇਰ ਜਾਣ ਦਾ ਖਤਰਾ ਹੈਗਾ, ਫੇਰ ਦੁਬਾਰਾ ਉਹ ਪਿੰਡ ਹੀ ਇਹਨੇ ਖੜੀ ਹੈ ਨਾ। ਮੈਨੂੰ ਤੇ ਆਪਣੇ ਭਰਾ ਦੀ ਪੈ ਗਈ, ਲੇਕਿਨ ਉਹਨਾਂ 2 ਦਿਨ ਹੋਏ ਨੇ ਹਸਪਤਾਲੋਂ, ਮੈਂ ਪਤਾ ਕੀਤਾ, ਉਹਨੇ ਛੁੱਟੀ ਦੇ ਦਿੱਤੀ। ਤੁਹਾਡੇ ਭਰਾ ਚੋਂ ਕੋਈ ਬੱਚਾ ਵਗੈਰਾ ਹੈਗਾ? 2 ਬਾਲ ਨੇ ਸਾਡੇ ਇੱਥੇ, ਉਹ ਕਿੱਥੇ ਨੇ? ਇੱਥੇ ਇਹਨੇ ਹੀ ਕੋਈ ਨੇ? ਯਾਸਮੀਨ ਦੇ ਕੋਲ ਹੀ। ਉਹ ਤੁਹਾਡੇ ਭਰਾ ਦਾ ਸੁਸਰ ਇਲਜ਼ਾਮ ਲਾਉਂਦਾ ਕਿ ਤੁਸੀਂ ਨਸ਼ਾ ਵਗੈਰਾ ਕਰਦੇ ਹੋ ਤੇ ਤੁਸੀਂ ਜਾਣਬੁੱਝ ਕੇ ਪੈਸੇ ਵਗੈਰਾ ਹਥਿਆਣ ਲਈ ਇਹ ਸਾਰਾ ਕੁਝ ਕਰ ਰਹੇ ਹੋ। ਮੈਂ ਨਸ਼ਾ ਵਗੈਰਾ ਨਹੀਂ ਕਰਦਾ, ਮੈਨੂੰ 10 ਸਾਲ ਹੋ ਗਏ ਨੇ। ਆ ਮੇਰੇ ਭਰਾ ਨੇ, ਜੇ ਮੈਂ ਨਸ਼ਾ ਕਰਨਾ ਇਹਨਾਂ ਨੂੰ ਪੁੱਛ ਲਓ। ਉਹ ਕਹਿੰਦੇ ਨੇ ਤੁਸੀਂ ਦਵਾ ਸਲਾਮ 10 ਸਾਲ ਹੋ ਗਏ ਨੇ, ਭਾਈ ਨੇ ਮੇਰੇ ਸਮਝ, ਮੈਂ ਗੈਰ ਨਹੀਂ ਸਮਝਦਾ, ਭਾਈ ਸਮਝਣਾ। ਸਾਦੇ ਸਿਗਰਟ ਤੋਂ ਸਿਵਾ ਕੋਈ ਨਸ਼ਾ ਨਹੀਂ ਮੈਂ ਉਹ ਕਹਿੰਦੇ ਕਰਦਾ। ਨੇ ਹਸਪਤਾਲ 'ਚ ਜਦੋਂ ਉਹਨਾਂ ਨੇ ਖੂਨ ਮੰਗਿਆ ਹੈ ਤੇ ਤੁਹਾਡਾ ਖੂਨ ਭਰਾ ਦੇ ਨਾਲ ਰਲ ਗਿਆ, ਲੇਕਿਨ ਤੁਸੀਂ ਬਿਲਕੁਲ ਮੇਰਾ ਖੂਨ ਰਲਦਾ, ਮੈਂ 7 ਬੋਤਲਾਂ ਦੇਣ ਨੂੰ ਤਿਆਰ ਸਾਂ। ਮੇਰਾ ਭਰਾ ਸੀ, ਖੂਨ ਮੇਰਾ ਉਹਨਾਂ ਕਢਾਇਆ, ਸੂਈ ਮਾਰ ਕੇ। ਮੇਰਾ ਖੂਨ ਹੋਰ ਏ, ਉਹਦਾ ਖੂਨ ਹੋਰ ਏ। ਇਹ ਝੂਠ ਬੋਲਦੇ ਆ, ਮੇਰਾ ਫਿਰ ਖੂਨ ਉਹ ਨਹੀਂ ਤੁਹਾਡੇ ਤੇ ਮਿਲਿਆ। ਇਲਜ਼ਾਮ ਤਰਾਸ਼ੀ ਕਿਉਂ ਕਰ ਰਹੇ ਨੇ? ਉਹ ਉਹਨਾਂ ਤੇ ਕਰਨੀ ਹੁਣ, ਤੁਹਾਨੂੰ ਪਤਾ ਮਰਿਆ ਤੇ ਮੇਰਾ ਮਰਿਆ। ਲੇਕਿਨ ਤੁਸੀਂ ਆਂਦੇ ਨਾ ਨਸ਼ੇ ਵਾਲਾ ਮੈਂ ਇਹਨਾਂ ਦੇ ਵਿੱਚ ਹੀ ਰਹਿਣਾ ਘਰਾਂ ਦੇ। ਇਹਨਾਂ ਨੂੰ ਪੁੱਛ ਲਓ, ਮੈਂ ਸਾਦੇ ਸਿਗਰਟ ਤੋਂ ਸਿਵਾ ਕੋਈ ਨਸ਼ਾ ਨਹੀਂ ਕਰਦਾ। ਹੁਣ ਕਿਹੜਾ ਬੰਦਾ ਫੜਿਆ ਗਿਆ? ਬੰਦਾ ਇੱਕ ਸਾਜਿਦ ਫੜਿਆ ਗਿਆ ਤੇ ਇੱਕ ਬਸ਼ੀਰ ਤੇ ਮਿੱਠੂ ਭੱਜ ਗਿਆ। ਤੇ ਪੁਲਿਸ ਤਾਬਨ ਕਰ ਰਹੀ ਹੈ ਮੁਲਜ਼ਮ ਫੜਨ ਲਈ? ਹਾਂ, ਕਰਾਮ ਸਾਹਿਬ ਜਿਹੜੇ ਨੇ ਉਹਨਾਂ ਨੇ ਮੇਰੇ ਨਾਲ ਬਹੁਤ ਤਾਮਣ ਕੀਤਾ। ਹੁਣ ਜਦੋਂ ਇਹ ਤੁਹਾਨੂੰ ਧਮਕੀਆਂ ਦੇ ਰਹੇ ਨੇ ਕਿ ਬਿਆਨ ਆ ਕੇ ਕਰਾ ਤਾਂ ਕਿ ਉਹ ਜੇ ਤੁਸੀਂ ਪੁਲਿਸ ਨੂੰ ਦੱਸਿਆ ਕਿ ਤੁਹਾਨੂੰ ਇਹ ਜਾਨ ਦਾ ਖਤਰਾ ਹੈਗਾ, ਤੁਸੀਂ ਪਿੰਡ ਨਹੀਂ ਜਾ ਸਕਦੇ? ਮੈਨੂੰ ਥਾਣੇਦਾਰ ਨੇ ਫੋਨ ਕੀਤਾ, ਮੈਂ ਕਿਹਾ ਫੈਸਲਾਬਾਦ। ਮੈਨੂੰ ਉਹਨੇ ਕਿਹਾ ਰਾਤੀ ਆ, ਮੈਂ ਸਵੇਰੇ ਬਾਈਆਂ ਕੋ ਲੈ ਕੇ ਆਇਆ, ਮੈਂ ਇਕੱਲਾ ਨਹੀਂ ਆਇਆ। ਤੁਸੀਂ ਪਿੰਡ ਕਿਉਂ ਨਹੀਂ ਜਾਂਦੇ? ਪਿੰਡ 'ਚ ਰਿਹਾਇਸ਼ ਹੈਗੀ ਹੈ ਇੱਥੇ? ਪਿੰਡ ਮੇਰਾ ਕੋਈ ਨਹੀਂ ਸੱਜਣ ਹੈਗਾ, ਸਿੱਧੀ ਗੱਲ ਹੈ। ਮੈਂ ਪਿੰਡ ਕਿਉਂ ਜਾਵਾਂ? ਨਹੀਂ, ਅਗਰ ਤੁਸੀਂ ਪੁਲਿਸ ਨੂੰ ਦੱਸਿਆ ਕਿ ਤੁਹਾਨੂੰ ਧਮਕੀਆਂ ਦਿੰਦੇ ਨੇ? ਮੈਨੂੰ ਉਹ ਧਮਕੀਆਂ ਦਿੰਦੇ ਨੇ, ਆਉਂਦੇ ਨੇ ਅਸੀਂ ਸਵੇਰੇ 3 ਦਿਨਾਂ 'ਚ ਬਿਆਨ ਕਰਾ ਕੇ ਬਾਨੋ ਦੇ ਤੇ ਅਸੀਂ ਛੁਡਵਾ ਲੈਣੇ ਨੇ। ਲੇਕਿਨ ਭਰਾ ਤੇ ਤੁਹਾਡਾ ਕਤਲ ਹੋਇਆ ਤੇ ਭਰਾ ਤੇ ਮੇਰਾ ਕਤਲ ਹੋਇਆ, ਕਿਵੇਂ ਛੁੱਟ ਜਾਂਦੇ? ਮੈਂ ਕਿਹਾ ਛਡਾ ਲਓ, ਛੁੱਟ ਦੇ ਦੇ। ਆਉਂਦੇ ਨੇ ਹੁਣ ਬਾਨ। ਤੁਸੀਂ ਕੀ ਚਾਹੁੰਦੇ ਹੋ? ਮੈਂ ਇਹ ਚਾਹੁੰਦਾ ਵਾ ਮੇਰੀ ਭਰਜਾਈ ਨਾਲ ਮੇਰੀ ਗੱਲ ਹੋਈਏ ਤੇ ਉਹ ਬੱਚੇ ਸਾਡੇ ਸਾਨੂੰ ਮਿਲ ਜਾਣ। ਇਹ ਮੇਰੇ ਮੱਥੇ ਨਹੀਂ ਲਾਉਂਦੇ ਨਾ। ਮੇਰੀ ਭਰਜਾਈ ਕੋ ਪਤਾ ਵੀ ਬੰਦਾ ਮਰ ਗਿਆ, ਅੱਛਾ, ਉਹਨੂੰ ਨਹੀਂ ਪਤਾ ਹੈ? ਉਹਨੂੰ ਬਿਲਕੁਲ ਨਹੀਂ ਪਤਾ। ਅੱਛਾ। ਇਹ ਸੱਜੇ ਖੱਬੇ ਰੱਖਦੇ ਨੇ। ਉਹਨੇ ਕਿਹਾ ਡਾਕਟਰ ਸਾਹਿਬ ਨੇ ਭਰਜਾਈ ਤੇਰੀ ਠੀਕ ਹੋ ਗਈ ਏ, ਹਸਪਤਾਲੋਂ ਚਲੀ ਗਈ ਏ, 2 ਦਿਨ ਹੋ ਗਏ ਨੇ। ਮੈਂ ਉਸਨੂੰ ਫੋਨ ਕਰਨਾ ਵਾ, ਗੱਲ ਕਰਾ ਉਹਦੀ ਭੈਣ ਕੋ। ਉਹ ਗੱਲ ਨਹੀਂ ਮੇਰੀ ਕਰਾਂਦੀ। ਉਹਨੂੰ ਪਤਾ ਇਸਨੇ 10 ਦਿਨ ਬਹੁਤ ਹੋ ਗਿਆ, ਉਹਨੂੰ ਕਿਸੇ ਨੇ ਨਹੀਂ ਦੱਸਿਆ, ਨਹੀਂ ਤੇ ਉਹਨੇ 1 ਮਿੰਟ ਨਹੀਂ ਸੀ ਇੱਥੇ ਰਹਿਣਾ। ਇਹ ਸੱਜੇ ਖੱਬੇ ਉਹਨੂੰ ਕਰਦੇ ਪਏ ਨੇ। ਇਹਦੀ ਭੈਣ ਨੂੰ ਪਤਾ ਹੈ ਪਿੰਡ 'ਚ ਹੀ ਜਿੱਧਰ ਹੈਗੀ। सही, बड़ी मेहरबानी। मुदई मुकदमा की आप गुफ्तगू सुन रहे थे। मुदई मुकदमा जो है वो लड़की के वर्सा से यकसर मुख्तलिफ बयान दे रहे हैं। जितने उन्होंने इल्ज़ामात लगाए हैं ये ना सिर्फ उनकी तरदीद कर रहे हैं बल्कि एक उन्होंने ये बड़ी हैरानकुन बात की है। लड़की के वालिद कहते हैं कि इन्होंने बाकायदा बाज़ाब्ता निकाह करके शादी करवाई थी और उसके अंदर ये सारे शरीक हुए थे, जबकि शफीक का कहना है कि इन्होंने भागकर कोर्ट मैरिज की और लाहौर में नहीं की बल्कि फैसलाबाद में शादी की क्योंकि ये सारे उसके ख़िलाफ़ थे। तो इब्तदाई तौर पे जो खबर चली थी वो भी यही थी कि पसंद की शादी करने में भाई ने अपने बहनोई को कत्ल कर दिया और बहन को ज़ख्मी कर दिया और इसकी तस्दीक जो है वो अब जो मकतूल है लड़का रफ़ीक, उसके भाई शफीक कर रहे हैं कि इन्होंने पसंद की शादी की थी और कोर्ट मैरिज की थी क्योंकि औरत तलाक याफ्ता थी। उसके 3 बच्चे थे, इनके भाई को पसंद थी और उसने शादी की और बच्चों को भी अपने साथ रख लिया था, जबकि लड़की के जो वालिदैन थे वो बिल्कुल मुख्तलिफ स्टोरी सुना रहे थे।
जिस के ऊपर हम प्रोग्राम कर रहे हैं, इस तरह के बहुत से वाक़यात जो है वो हमारे माशरे में रोनुमा होना शुरू हो गए हैं कि अगर खातून या लड़की अपनी पसंद की शादी कर लेती है तो गुस्सा जो है वो उसकी जान के पीछे पड़ जाते हैं। नहीं तो लड़के ने अगर पसंद की शादी की हो तो लड़के के गुस्सा जो है वो भी कुछ ना कुछ ऐसा करने की कोशिश करते हैं जिससे जोड़े को नुकसान हो। आज के प्रोग्राम में भी खातून पहले से तलाक याफ्ता थी, उसने दूसरी दफ़ा अपना घर बसाया, लेकिन उसके भाई जो थे वो इस शादी के ख़िलाफ़ थे और बिल आखिर वो अपने जो अचीव करना चाहते थे वो उन्होंने अचीव कर लिया, यानी अपनी तरफ से दोनों को उन्होंने कत्ल कर दिया। लेकिन अल्लाह ने ज़िंदगी रखी हुई थी, खातून बच गई, जबकि उसका शौहर जो था वो कत्ल हो गया। हमारे साथ हमारे नफ्सियात डॉक्टर हुआ मौजूद हैं, इनसे जानने की कोशिश करेंगे कि इस तरह के वाक़यात जो बढ़ते जा रहे हैं वो हमारे माशरे में क्यों इतनी तेज़ी से ये केसेस जो हैं परवान चढ़े और ये क्या सोच क्या है जिसकी वजह से लोग ऐसा करते हैं। डॉक्टर हुआ एक तो वक्त के लिए बहुत शुक्रिया। ये बताइएगा कि अगर एक लड़का लड़की या मर्द और औरत जो हैं उनको आपस में कोई अफेक्शन या एफिलिएशन डेवलप हो जाती है और वो पसंद की शादी यानी एक दूसरे को पसंद करना शुरू करते हैं और शादी कर लेते हैं, तो हमारे माशरे में इसको क्यों यानी डाइजेस्ट नहीं हो पाता। ये एक बहुत इम्पॉर्टेंट बात आपने पूछी है। असल में कुछ सोसाइटी की नॉर्म्स बन जाती हैं। हमारे यहाँ लव मैरिज को अनफॉर्चुनेटली एक गुनाह समझा जाता है। अगर कोई लड़का लड़की लव मैरिज करते हैं तो समझा जाता है कि लड़की करैक्टरलेस है, उसकी मोरल्स और एथिक्स पे क्वेश्चंस खड़े हो जाते हैं। लड़के पे भी बेशुमार इस तरह की बातें की जाती हैं। मतलब लव मैरिज को बेसिकली हमारे यहाँ एक गुनाह समझा जाता है। हालांकि अगर देखा जाए तो ये हमारी सोसाइटी की नॉर्म्स हैं और वो उसको गैरत, भाइयों की गैरत को या बाप की गैरत को सोसाइटी इतना ज़्यादा इस हद तक पुश करते हैं कि वो इंतहाई कदम लेने पे भी मजबूर हो जाते हैं और वो इंतहाई कदम अप्रिशिएट किया जाता है अनफॉर्चुनेटली। मतलब जो चीज़ें सोसाइटी की नॉर्म्स बन जाती हैं ना, उनको तब्दील करना एट टाइम्स बड़ा मुश्किल हो जाता है। लव मैरिज को गुनाह समझा जाता है जबकि वो एक इस्लाम भी उसकी इजाज़त देता है। अगर लड़का लड़की एक दूसरे को पसंद करते हैं तो वो वालिदैन से बात करके वो दे हैव दिस राइट कि वो शादी कर सकते हैं, वो निकाह में जा सकते हैं। लेकिन हमारे यहाँ इसको गुनाह समझा जाता है और उसके बरक्स जो फोर्स्ड मैरिजेस की जाती है, अरेंज मैरिज नहीं होती बेसिकली, वो फोर्स्ड मैरिज होती है पेरेंट्स की तरफ से और जिसमें इतने ज़्यादा इश्यूज़ होते हैं। जैसे इस खातून की पहले तो उसने अरेंज मैरिज की होगी, जो तलाक की नौबत सामने आई और अगर अब उसने उसके पहले भी बच्चे थे, अब उसने कहीं उसकी एफिलिएशन हुई, उसने जो कि बहुत अच्छा स्टेप था, उसने तलाक याफ्ता होने के बावजूद इस लड़की को ओन किया, लड़के की पहली शादी थी। तो ये तो एक अप्रिशिएबल स्टेप था, इस चीज़ पे अप्रिशिएट किया जाना चाहिए था। लेकिन उसके बरक्स क्या किया, आसपास के लोग इस चीज़ को मज़ीद बढ़ावा देते हैं, भाग के चली गई, करैक्टरलेस है, इसको मार ही दो, गैरतमंद हो तो इसको ख़त्म कर दिया जाए। मतलब वो इस प्रेशर में आके यहाँ तक कदम उठाए जाते हैं। तो जब तक इसको एज ए सोसाइटी हम इस चीज़ को एक्सेप्ट नहीं करते कि लव मैरिज गुनाह नहीं है, अगर कोई अपनी पसंद से शादी कर लेता, और इस केस में तो स्पेशली क्योंकि लड़के की ये पहली शादी थी और लड़की डिवोर्स थी, उसने एक तलाक याफ्ता लड़की को एक्सेप्ट किया था, तो ये तो एक अप्रिशिएबल कदम था। लोगों को, उसके फैमिली को इसको अप्रिशिएट करना चाहिए था। उसके बरक्स ये इंतहाई कदम सामने आया। तो एज ए सोसाइटी हमें कुछ चीज़ें चेंज करने की ज़रूरत है। जैसे अगर सॉरी आपको इंटरप्ट किया, अब जैसे खातून ने शादी कर ली थी, बेशक उसने पसंद की शादी की थी, लेकिन वो एक हंसी खुशी ज़िंदगी गुजार रही थी और उसके इस शौहर में से भी 2 बच्चे हो गए थे। अब अगर वो ज़िंदगी गुजार रही थी और उसके भाई को इस चीज़ का गुस्सा था कि उसने अपनी पसंद की शादी की थी, तो हमारा इंसानी जहन ये क्यों भूल जाता है कि अब उसने तो बहनोई को तो कत्ल कर दिया, लेकिन अब वो जब भी पकड़ा जाएगा तो उम्र कैद है या कम से कम उम्र कैद है या सजाए मौत भी हो सकती है। सर वो तो उस केस में होगी ना जब फैमिली परसू करेगी केस को। लेकिन मुकदमा तो मकतूल के भाई ने दर्ज करवाया ना, तो अच्छा ठीक है, वो तो सजा हो सकती है। ठीक। यानी अगर ये औरत ने खुद पर्चा दर्ज करवाया तो फैमिली प्रेशर होकर वो शायद माफ कर देती। अब तो मकतूल के भाई ने पर्चा दर्ज करवाया, तो इंसानी जहन के ऊपर ये एकदम पर्दा कैसे पड़ जाता है कि आप वक्ती तौर पे अपना गुस्सा ठंडा करने के लिए एक शख्स की जान ले रहे हैं, लेकिन उसके कॉन्सिक्वेंसेस तो ये हैं कि आपको उम्र कैद भी हो सकती है और फांसी भी हो सकती है। असल में गुस्से में लियो इक़दाम ना कभी भी जस्टिफाइबल नहीं होते। उस टाइम इंसान का सोच समझ तो फारिग होती है, तो आप उसकी गैरत को बार बार ललकारते हैं। एक मर्द के पास हमारे यहाँ क्या चीज़ होती है, उसकी गैरत होती है। वो मलकियत समझता है अपनी बहन को, अपनी बेटी को, अपनी बीवी को। मर्द अपनी मलकियत समझता है। अगर वो अपनी मर्ज़ी से कोई कदम उठा लेती है तो मर्द के नज़दीक उसकी मलकियत उसके पास से चली गई है,
उसकी गैरत को बहुत बड़ा धचका लगता है और वहीं पे उसका वो वाला एग्रेशन और एक इंतहाई कदम लेने पे उसको मजबूर कर देता है। उस इंतकाम में, उस गुस्से में वो इस इंतहाई कदम तक ले सकता है। अभी उसकी बहन जो है वो बच गई है। जिस शख्स ने उसको बहन को पहले कत्ल करने की कोशिश की और शौहर को कत्ल कर दिया, आपको लगता है कि अब तो वो बेचारी अल्लाह ने उसकी ज़िंदगी की थी, वो बच गई, ये शख्स दोबारा भी अटेम्प्ट कर सकता है अगर पकड़ा नहीं जाता तो? पकड़ा जाना ज़रूरी है, क्योंकि दोबारा इस हद तक तो नहीं। अब अगर बहन कहीं और शादी करती है या कुछ इस तरह का फिर से स्टेप लेती है, या उसका कोई और घर वाला इस तरह का स्टेप लेता है, तो तब भी हो सकता है। इसको तो सज़ा मिलनी चाहिए ऑफ कोर्स। और दूसरा जो चीज़ जहाँ पे एड्रेस हो सकती है, हमारे ड्रामों में, हमारे ये जो नॉवल राइटर्स हैं, अगर ये अदर साइड ऑफ द पिक्चर दिखाए ना, ड्रामाज इस पे बने कि एक लड़की की डिवोर्स हो गई और उसने लव मैरिज की और उसका बहुत अच्छा एंड दिखाएं। सोसाइटी के नॉर्म्स कहाँ से बनते हैं? आपके ड्रामाज बनाते हैं, आपका मीडिया जिस पिक्चर को डिपेक्ट करता है इतना। हाँ, नहीं, हमारे यहाँ ये चीज़ें दिखाई जाती हैं बाकायदा कि इसको डिस्करेज करवाया जाता है, इस तरह की चीज़ों को इतना ज़्यादा, मतलब उसकी हैप्पी एंडिंग दिखाई जाए और बार बार दिखाई जाए, तो वहाँ पे एक चेंज आना शुरू होती है। तो ड्रामाज, नॉवेल्स इस तरह के बने, मीडिया पे इस तरह की चीज़ें हाईलाइट हों, क्योंकि खुश रहना एक बंदे का अल्टीमेट राइट होता है। डिवोर्स के बाद या हस्बैंड की डेथ के बाद उसकी ज़िंदगी ख़त्म नहीं हो जाती, और हर बंदे का एक राइट है कि वो अपनी मर्ज़ी से अपनी ज़िंदगी स्टार्ट कर सकता है। हमारे यहाँ देखा जाए तो रिश्ता देखने कौन जाते हैं? लड़के या लड़की, लड़के का रिश्ता देखने बेसिकली पेरेंट्स जा रहे होते हैं, वो पसंद कर रहे होते हैं, ना कि लड़का पसंद कर रहा होता है। और एक नॉर्मल सी चीज़ है, इसको कभी भी हाईलाइट नहीं किया गया। ये चीज़ जो ड्रामों में भी दिखाई जाती है, इसी तरह लड़के के पेरेंट्स जा रहे हैं, रिश्ता देखा जा रहा है, सिलेक्ट किया जा रहा है, इसको चेंज करने की ज़रूरत है, क्योंकि स्टार्ट यहाँ से होता है। ऐसे लोगों का क्या किया जाए जिनकी जहनीत ऐसी है और जो अपनी जहनी आसूदगी के लिए किसी की जान भी ले सकते हैं? इनका इलाज करने की ज़रूरत है। इनको किस तरह से नॉर्मल, यानी इस चीज़ को जो इसके साथ जो स्टिग्मा रिलेटेड है उसको ख़त्म करने के लिए क्या इकदाम होने चाहिए? ये देखिए, एक ना आपने कहा कि उसकी जहनी सेहत ठीक है। यहाँ पे ये सोसाइटल नॉर्म्स है। हमारी सोसाइटी में गैरत के नाम पे कत्ल को अभी भी कुछ जगहों पे बहुत ज़्यादा अप्रिशिएट किया जाता है, बल्कि उसको बहुत चढ़ाया जाता है, उसको मतलब अप्रिसिएशन मिलती है इस चीज़ की। सिंध के कुछ इलाके ऐसे हैं, पंजाब के बैकवर्ड एरियाज़, कुछ गांव वगैरह में अभी तक इस चीज़ को बहुत ज़्यादा अप्रिशिएट किया जाता है। तो ये तो एज ए सोसाइटी चेंज लाने की ज़रूरत है ना। और जब हमें एज ए सोसाइटी चेंज लाने की ज़रूरत होती है तो हमें इस हाईलाइट करने की चीज़ें ज़रूरत होती है, मीडिया के थ्रू अवेयरनेस क्रिएट करने की ज़रूरत होती है कि लड़की के बुनियादी हकूक़ क्या हैं, लड़की और लड़का अपनी पसंद की शादी कर सकते हैं। इसको नॉर्मलाइज करना चाहिए हमारे यहाँ। तो जितना हम इसको नॉर्मलाइज करेंगे तो आहिस्ता आहिस्ता ये एकदम से चेंज नहीं आएगी। इट वुड टेक सम टाइम, विद इन द ईयर्स हमारे आने वाली नस्लें कुछ इस काबिल हो जाएंगी, हम अपने अंदर चेंज ला सकते हैं कि हम इस चीज़ को नॉर्मलाइज करना शुरू करें, नॉर्मल समझना शुरू करें, तो आहिस्ता आहिस्ता चेंज आएगी। इस बंदे को तो सज़ा मिलनी चाहिए, क्योंकि ये कोई जहनी बीमारी नहीं है, ये एग्रेशन में आके गैरत के नाम पे कत्ल है, प्रॉपर प्लान्ड कत्ल है, 5 साल के बाद कत्ल है। थैंक यू डॉक्टर उमा की आपने गुफ्तगू सुनी। डेफिनेटली इस किस्म के लोग जो आज भी ये समझते हैं कि औरत उनकी जागीर है और अगर उसने अपनी पसंद की शादी की है तो उसको ज़िंदगी का कोई हक नहीं है, अगर उनको सख्त से सख्त सज़ा मिलनी शुरू हो जाए तो शायद हमारे माशरे में ऐसे वाक़यात कम हो सकते हैं। लेकिन आपने दोनों का अकाउंट सुना, यानी लड़की वालों का भी बयान सुना, लड़के वालों की भी आपने गुफ्तगू सुनी। लड़की वाले आज भी चीज़ों को छुपा रहे हैं या दबा रहे हैं और उनको बल्कि इस एक्ट को डिस्करेज करना चाहिए जो उनके बेटे ने किया, लेकिन वो कहीं ना कहीं इस चीज़ को दबा रहे हैं और उनके दिल में शायद ये ख्याल भी है कि वो अपने बेटे को किसी तरह इस जुर्म से निकाल लें। लेकिन आपने मुद्दई की गुफ्तगू सुनी, वो बता रहा है कि लड़की ने जब कोर्ट मैरिज की थी तो उसके बाद से ही सारे मसले शुरू हो गए थे और उनको मुसलसल ख़तरा था कि ये इसको कत्ल कर सकते हैं, और बाकायदा प्लानिंग के तहत शादी का झांसा दे के घर बुलाया गया और उसको फिर कत्ल किया गया। तो डॉक्टर साहबा की बात के अंदर मैं समझता हूँ कि इस चीज़ को एंडोर्स करूँगा कि अगर ऐसे मुलजमान को सज़ा मिलेगी तो ये वाक़यात शायद हमारे माशरे में कम होना शुरू हो जाए। आज के प्रोग्राम से टीम जुर्म जाम और अपने मेज़बान उमर जावेद को इजाज़त दीजिए। अगले प्रोग्राम में मुलाकात होगी। अल्लाह निगहबान।